ज्ञान की बढ़नी मनो हाथ लै, कातरता कुतवार बुहार। ज्ञान की बढ़नी मनो हाथ लै, कातरता कुतवार बुहार। सतनाम श्री वाहिगुरु साहिब जी। एक ओंकार सतगुर प्रसाद। राग श्री राग महला पहला। घर पहला। मोती ता मंदर उसरहै, रतनी ता होहे जड़ाओ। कस्तूर कुंगू अगर चंदना, लीप आवे चाओ। मोती ता मंदर उसरहै, रतनी ता होहे जड़ाओ। कस्तूर कुंगू अगर चंदना, लीप आवे चाओ। परम सन्मान जोग चवर छतर तख्त दे मालिक सतगुरु धन धन श्री गुरु ग्रंथ साहिब जी दी पावन पवित्र हजूरी दे अंदर सुभाईमान हो के गुरु की संगत दा आनंद मान रहे गुरु सवारे गुरु प्यारे खालसा जी। अकाल पुरख वाहिगुरु जी दी अपार कृपा सदका सानू हर रोज दी तरह गुरु की पवित्र हजूरी दे विच बैठण दा इह सुभाग समा प्राप्त हो रहा है। सतगुरु श्री गुरु ग्रंथ साहिब जी दी कृपा दे नाल जो इस स्थान दे उपर पावन श्री गुरु ग्रंथ साहिब जी दी तीसरी लड़ीवार कथा विचार चल रही है। जिस दे विचों बीते हुए दिन सोहला साहब जी दे संपूर्णता वाले पावन शब्द दी विचार आपां सरवण कीती सी। आओ जिवें पावन गुरु की बाणी दी कथा विचार सतगुरु गुरु नानक देव साहब जी अगे कृपा करके
ਜੀਵਨ ਭਲਾਈ ਹਿਤ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਉਸ ਨੂੰ ਸਰਵਣ ਕਰਨ ਤੋਂ ਪਹਿਲੋਂ ਔਰ ਜੋ ਇਹ ਸ਼ਹੀਦੀ ਹਫਤਾ ਚੱਲ ਰਿਹਾ ਹੈ, ਸਾਰਾ ਸਿੱਖ ਜਗਤ ਵਿਸ਼ੇਸ਼ ਕਰਕੇ ਗੁਰੂ ਘਰਾਂ ਦੇ ਵਿੱਚ ਇਸ ਦਿਨਾਂ ਦੇ ਵਿੱਚ ਜੂਨ 1984 ਦੇ ਵਿੱਚ ਜੋ ਘੱਲੂਘਾਰਾ ਵਾਪਰਿਆ, ਉਸ ਨੂੰ ਸਮਰਪਿਤ ਦੀਵਾਨ ਸਜ ਰਹੇ ਹਨ। ਸ਼ਹੀਦਾਂ ਨੂੰ ਯਾਦ ਕਰਕੇ ਪ੍ਰਣਾਮ ਕੀਤਾ ਜਾ ਰਿਹਾ ਹੈ। ਔਰ ਨਾਲ ਹੀ ਅੱਜ ਦੇ ਦਿਨ ਕਾਂਚੀ ਦੀ ਉਹ ਪਾਵਨ ਪਵਿੱਤਰ ਧਰਤੀ ਜਿਸ ਧਰਤੀ ਦੇ ਉੱਪਰ ਆਪਣਾ ਜਨਮ ਧਾਰ ਕੇ ਸਾਹਿਬ ਕਬੀਰ ਜੀ ਨੇ ਜੋ ਉਥੋਂ ਦੇ ਬ੍ਰਾਹਮਣ ਲੋਕ ਸਨ, ਪੰਡਤ ਲੋਕ ਸਨ, ਭੋਲੀ ਭਾਲੀ ਜਨਤਾ ਨੂੰ ਲੁੱਟ ਕੇ ਆਪਣਾ ਪੇਟ ਭਰਦੇ ਸਨ, ਪਰਿਵਾਰ ਚਲਾਉਂਦੇ ਸਨ ਔਰ ਮਨੁੱਖਾ ਜੀਵਨ ਦੇ ਵਿੱਚ ਬਹੁਤਾਤ ਭਰਮ ਦਾ ਬੀਜ ਬੀਜੀ ਜਾ ਰਹੇ ਸਨ। ਪਰਮਾਰਥ ਦੇ ਬਾਰੇ ਕੁਝ ਵੀ ਦੱਸਦੇ ਨਹੀਂ ਸਨ। ਤਿੰਨਾਂ ਦਾ ਭਲਾ ਕਰਨ ਦੇ ਵਾਸਤੇ ਪੰਡਤ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਹ ਦਰਸਾਉਣ ਵਾਸਤੇ ਨੀਰੂ ਜੀ ਔਰ ਨੀਮਾ ਜੀ ਦੇ ਗ੍ਰਹਿ ਵਿਖੇ ਜੇਠ ਸੁਦੀ ਪੂਰਨਮਾਸੀ ਨੂੰ ਉਹਨਾਂ ਨੇ ਆਪਣਾ ਜਨਮ ਧਾਰਿਆ। ਅੱਜ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਵੀ ਹੈ। ਸੋ ਸਮੁੱਚੀ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲੋਂ ਸਾਰੀ ਹੀ ਸੰਗਤ ਬੜੀ ਭਾਵਨਾ ਦੇ ਨਾਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਸਤਿਕਾਰ ਸਹਿਤ ਬੁਲਾਈ ਗੁਰੂ ਕੀ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 4 ਜੂਨ ਤੋਂ ਲੈ ਕੇ ਲਗਾਤਾਰ ਘਮਸਾਨ ਦਾ ਜੰਗ ਸ੍ਰੀ ਹਰਿਮੰਦਰ ਸਾਹਿਬ ਔਰ ਸ੍ਰੀ ਅਕਾਲ ਤਖਤ ਦੇ ਉੱਪਰ ਬੈਠੇ ਹੋਏ ਜੇ ਗੁਰੂ ਕੇ ਸਿੰਘ ਸਨ, ਇਹਨਾਂ ਨੇ ਕੀਤਾ। ਜਿਵੇਂ ਅਕਾਲੀ ਲੀਡਰ ਸਨ, ਉਹਨਾਂ ਨੇ ਮੋਰਚਾਬੰਦੀ ਦੇ ਬਾਰੇ ਜਿੰਨਾ ਕੁ ਉਹਨਾਂ ਨੂੰ ਪਤਾ ਸੀ ਉਸ ਦੇ ਬਾਰੇ ਦੱਸਿਆ। ਤਾਂ ਫੌਜ ਦੇ ਜਿਹੜੇ ਹੁਕਮਰਾਨ ਸਨ ਉਹਨਾਂ ਨੇ ਭਾਰਤ ਸਰਕਾਰ ਦੇ ਨਾਲ ਗੱਲਬਾਤ ਕਰਕੇ ਫਿਰ ਟੈਂਕਾਂ ਤੇ ਤੋਪਾਂ ਦੇ ਦੁਆਰਾ ਜਿਹੜੇ ਉਹ ਮੋਰਚੇ ਸਨ ਉਹਨਾਂ ਨੂੰ ਉਡਾਉਣਾ ਚਾਹਿਆ। ਸਾਰਿਆਂ ਦੇ ਨਾਲੋਂ ਵੱਡਾ ਔਰ ਭਾਰੀ ਮੋਰਚਾ ਜਿਹੜਾ ਪਾਣੀ ਵਾਲੀ ਟੈਂਕੀ ਦਾ ਸੀ,
ਜਿਸ ਦੇ ਵਿੱਚ ਸਤਿਕਾਰਯੋਗ ਮਾਤਾ ਭਾਗ ਕੌਰ ਜੀ ਦੀ ਵਾਰਸ ਬੀਬੀਆਂ ਬੀਬੀ ਉਪਕਾਰ ਕੌਰ ਜੋ ਇਸਤਰੀ ਵਿੰਗ ਦੇ ਪ੍ਰਧਾਨ ਸਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਉਹਨਾਂ ਨੇ ਉੱਥੇ ਮੋਰਚਾ ਸਾਂਭਿਆ ਹੋਇਆ ਸੀ। ਹੋਰ ਜਿਹੜੇ ਨਜ਼ਦੀਕ ਦੋ ਬੁੰਗੇ ਸਨ, ਹੋਰ ਜਿਤਨੇ ਵੀ ਲਾਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਬੁੰਗੇ ਸਨ, ਸਮੇਂ-ਸਮੇਂ ਔਰ ਵਾਰ-ਵਾਰ ਭਾਰਤੀ ਹਕੂਮਤ ਨੇ ਟੈਂਕਾਂ ਦੇ ਗੋਲਿਆਂ ਦੇ ਨਾਲ ਇਹਨਾਂ ਸਾਰਿਆਂ ਨੂੰ ਉਡਾ ਦਿੱਤਾ। ਜਿਹੜੀ ਦੱਖਣ ਵਾਲੀ ਵਾਹੀ ਹੈ, ਇਸ ਪਾਸਿਓਂ ਦੀ ਜਿਹੜੇ ਟੈਂਕ ਜਦੋਂ ਅੰਦਰ ਆਉਣ ਲੱਗੇ, ਸਤਿਕਾਰਯੋਗ ਭਾਈ ਮੋਹਰ ਸਿੰਘ ਤਿੰਨਾਂ ਦਾ ਸਮੁੱਚਾ ਪਰਿਵਾਰ ਆਪਣੀਆਂ ਦੋ ਬੇਟੀਆਂ ਦੇ ਸਮੇਤ ਭੁਜੰਗਨ ਸਤਨਾਮ ਕੌਰ ਔਰ ਵਾਹਿਗੁਰੂ ਕੌਰ ਨਾਲ ਉਹਨਾਂ ਦੀ ਧਰਮ ਸੁਪਤਨੀ ਨਾਲ ਆਪਣੇ ਸਰੀਰ ਦੇ ਉੱਪਰ ਆਪਣੇ ਸਰੀਰ ਨੂੰ ਆਤਮਘਾਤੀ ਬੰਬ ਬਣਾ ਕੇ ਸਰੀਰ ਦੇ ਉੱਪਰ RDX ਬੰਨ ਕੇ ਉਹਨਾਂ ਆਏ ਹੋਏ ਜਿਹੜੇ ਟੈਂਕ ਸਨ ਉਹਨਾਂ ਨੂੰ ਨਕਾਰਿਆ ਕੀਤਾ, ਨਾਸ਼ ਕੀਤਾ। ਔਰ ਬੜੇ ਸੂਰਮੇ ਅੱਜ ਵਾਲੇ ਦਿਨ, ਜਿਵੇਂ ਸਤਿਕਾਰਯੋਗ ਭਾਈ ਰਿਸ਼ਪਾਲ ਸਿੰਘ ਜੀ PA, ਉਹਨਾਂ ਦੀ ਪੁਰਪੜੀ ਦੇ ਵਿੱਚ ਅੱਜ ਸ਼ਾਮ ਨੂੰ ਗੋਲੀ ਲੱਗੀ। ਉਹਨਾਂ ਦੇ ਸਤਿਕਾਰਯੋਗ 18 ਕੁ ਦਿਨਾਂ ਦੇ ਭਚੰਗੀ ਭਾਈ ਮਨਪ੍ਰੀਤ ਸਿੰਘ, ਤਿੰਨਾਂ ਨੂੰ ਗੋਲੀ ਲੱਗੀ। ਤਕਰੀਬਨ ਜਿਹੜੇ ਬਹੁਤੇ ਸਿੰਘ ਸਨ ਰਨ ਤੱਤੇ ਦੇ ਵਿੱਚ ਜੂਝਦੇ ਹੋਏ, ਕਿਉਂਕਿ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਜਿਹੜੇ ਟੈਂਕ ਸਨ ਉਹ ਸ਼ਾਮਲ ਹੋ ਚੁੱਕੇ ਸਨ। ਗੁਰੂ ਕੇ ਸਿੰਘ ਆਪਣੇ ਮੋਰਚਿਆਂ ਤੋਂ ਬਾਹਰ ਨਿਕਲ ਕੇ ਭਾਰਤੀ ਹਕੂਮਤ ਦੇ ਨਾਲ ਜੂਝੇ ਤੇ ਇੰਨਾ ਭਾਰੀ ਨੁਕਸਾਨ ਹੋਇਆ। ਇੱਕ ਫੌਜੀ ਦੀ ਇੰਟਰਵਿਊ ਸੀ ਉਸ ਸਮੇਂ ਦੀ, ਉਹ ਕਹਿੰਦਾ ਉਹਨਾਂ ਨੁਕਸਾਨ ਸਾਡਾ 65 ਤੇ 71 ਵਾਲੀ ਜੰਗ ਦੇ ਵਿੱਚ ਨਹੀਂ ਹੋਇਆ, ਦੂਸਰੇ ਦੇਸ਼ਾਂ ਦੇ ਨਾਲ ਲੜਦਿਆਂ ਹੋਇਆਂ ਜਿੰਨਾ ਨੁਕਸਾਨ ਇਹ ਮੁੱਠੀ ਭਰ ਸਿੰਘਾਂ ਨੇ ਸਾਡਾ ਕਰ ਦੇਣਾ ਕੀਤਾ। ਔਰ ਇਵੇਂ ਹੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਪਾਵਨ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸ ਵੇਲੇ ਸਵਰੂਪ ਪ੍ਰਕਾਸ਼ ਹੁੰਦਾ ਸੀ, ਉਸ ਦੇ ਵਿੱਚ ਵੀ ਗੋਲੀ ਲੱਗੀ। ਨਾਲ ਜਿਹੜਾ ਸ੍ਰੀ ਨਨਕਾਣਾ ਸਾਹਿਬ ਵਾਲਾ ਸਾਕਾ ਵਰਤਿਆ ਸੀ, ਉੱਥੇ ਜਿਹੜਾ ਸ਼ਹੀਦ ਹੋਇਆ ਸਵਰੂਪ ਸੀ ਜਿਸ ਦੇ ਵਿੱਚ ਗੋਲੀ ਲੱਗੀ ਸੀ, ਉਹ ਵੀ ਪਲੰਗ ਦੇ ਉੱਪਰ ਸੁਭਾਏਮਾਨ ਸੀ। ਗੋਲੇ ਚੱਲਣ ਦੇ ਨਾਲ ਇੰਨੀ ਧਰਤੀ ਜਿਆਦੀ ਹਿੱਲੀ, ਉਹ ਵੀ ਪਲੰਗ ਸਾਹਿਬ ਤੋਂ ਥੱਲੇ ਡਿੱਗ ਪਿਆ। ਸਿੱਖ ਰਾਈਫਰੈਂਸ ਲਾਇਬ੍ਰੇਰੀ ਜਿਸ ਦੇ ਵਿੱਚ ਸਾਡੇ ਧਰਮ ਦੇ ਬਾਰੇ ਵੱਖ-ਵੱਖ ਵਿਦਵਾਨਾਂ ਦੇ ਜੋ ਪੁਰਾਤਨ ਸਰੋਤ ਸਨ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਬੀੜਾਂ ਸਨ, ਉਸ ਨੂੰ ਵੀ ਅੱਜ ਵਾਲੇ ਦਿਨ ਭਾਰੀ ਨੁਕਸਾਨ ਪਹੁੰਚਿਆ। ਉਸ ਦੇ ਵਿੱਚੋਂ ਜਿਹੜਾ ਕੀਮਤੀ ਖਜ਼ਾਨਾ ਸੀ ਉਸ ਨੂੰ ਚੁਰਾ ਵੀ ਲਿਆ ਗਿਆ। ਅੱਜ ਵਾਲੇ ਦਿਨ
ਔਰ ਛੋਟੇ ਛੋਟੇ ਦੁੱਧ ਚੁੰਗਦੇ ਜਿਹੜੇ ਬੱਚੇ ਸਨ, ਤਿੰਨਾਂ ਨੂੰ ਜਿਹੜੇ ਫੌਜੀ ਸਨ ਉਹਨਾਂ ਨੇ ਆਪਣੇ ਪਾਏ ਹੋਏ ਬੂਟਾਂ ਦੇ ਨਾਲ ਲਿਤਾੜ ਦੇਣਾ ਕੀਤਾ, ਸਿਰ ਦੇ ਵਿੱਚ ਕਿਸੇ ਦੇ ਬੂਟ ਮਾਰ ਕੇ ਮਾਰਤਾ, ਸ਼ਹੀਦ ਕਰਤੇ ਉੱਥੇ। ਇੱਥੋਂ ਤੱਕ ਕਿ ਜਿਹੜੇ ਸਰਾਵਾਂ ਦੇ ਵਿੱਚ ਠਹਿਰੇ ਹੋਏ ਯਾਤਰੀ ਸਨ ਉਹਨਾਂ ਨੂੰ ਬੰਦ ਕਮਰਿਆਂ ਦੇ ਵਿੱਚ ਹੀ ਅੱਗਾਂ ਲਾ ਕਰਕੇ ਸਾੜਤਾ। 200 ਦੇ ਕਰੀਬ ਜਿਹੜੇ ਬੰਗਲਾਦੇਸ਼ੀ ਲੋਕ ਸਨ ਉਹ ਇੱਥੇ ਦਰਸ਼ਨ ਮੇਲਾ ਕਰਨ ਦੇ ਵਾਸਤੇ ਆਏ ਸਨ। ਉਹਨਾਂ ਤੇ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਸੀ, ਉਹਨਾਂ ਨੂੰ ਵੀ ਸਾੜਤਾ। ਪਲੈਨਿੰਗ ਦੇ ਤਹਿਤ 37 ਗੁਰਧਾਮ ਜਿਹੜੇ ਗੁਰੂ ਕੇ ਸਿੱਖਾਂ ਦੇ ਸਨ ਉਹਨਾਂ ਦੇ ਉੱਪਰ ਵੀ ਹਮਲਾ ਕੀਤਾ ਗਿਆ, ਜਿਵੇਂ ਸ੍ਰੀ ਤਰਨ ਤਾਰਨ ਸਾਹਿਬ, ਸ੍ਰੀ ਮੁਕਤਸਰ ਸਾਹਿਬ ਇਤਿਆਦਿ। ਇਵੇਂ ਭਾਰੀ ਨੁਕਸਾਨ ਜਿਹੜਾ ਭਾਰਤੀ ਹਕੂਮਤਾਂ ਦੀ ਸ਼ਹਿ ਦੇ ਉੱਪਰ, ਜਿਹੜੀ ਭਾਰਤ ਦੇ ਉੱਪਰ 6 ਲੱਖ ਫੌਜ ਚੜ ਕੇ ਆਈ ਸੀ ਪੰਜਾਬ ਦੇ ਵਿੱਚ, ਉਹਨਾਂ ਨੇ ਵੱਖ-ਵੱਖ ਜਗ੍ਹਾ ਦੇ ਉੱਪਰ ਜਿੱਥੇ ਨੁਕਸਾਨ ਤੇ ਕੀਤਾ ਹੈ ਉੱਥੇ ਅਨੇਕਾਂ ਜਿਹੜੀਆਂ ਧੀਆਂ ਭੈਣਾਂ ਸਨ ਉਹਨਾਂ ਦੀ ਪੱਤ ਲੁੱਟੀ, ਇੱਜ਼ਤ ਲੁੱਟੀ। ਔਰ ਸਾਰੇ ਸੰਸਾਰ ਦੇ ਵਿੱਚ ਜਿਹੜਾ ਸਿੱਖ ਜਗਤ ਸੀ ਉਸ ਨੂੰ ਨਿਸ਼ਤੋ ਨਾਬੂਦ ਕਰਨ ਦੀ ਇਹ ਜਿਹੜੀ ਕੋਝੀ ਚਾਲ, ਕੋਝੀ ਹਰਕਤ ਇਹਨਾਂ ਲੋਕਾਂ ਨੇ ਚੱਲੀ। ਇਵੇਂ ਚਸ਼ਮਦੀਦ ਜਿਹੜੇ ਗਵਾਹ ਸਨ ਉਹਨਾਂ ਦੇ ਮੁਤਾਬਕ ਹੋਰ ਵੀ ਅਨੇਕਾਂ ਘਟਨਾਵਾਂ ਐਸੀਆਂ ਹਨ, ਕਿਉਂਕਿ ਸਮਾਂ 1 ਘੰਟੇ ਦਾ ਆਪਣੇ ਪਾਸ ਹੁੰਦਾ ਹੈ। ਹਰ ਰੋਜ਼ ਗੁਰੂ ਕੀ ਬਾਣੀ ਦੀ ਵਿਚਾਰ ਵੀ ਆਪਾਂ ਸਰਵਣ ਕਰਨੀ ਹੈ। ਅਖੀਰ ਇਹ ਕਿ ਇਹਨਾਂ ਨੇ ਸੋਚਿਆ ਸੀ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਇੰਨੀ ਜ਼ਿਆਦੀ ਸਿੱਖਾਂ ਨੂੰ ਮਾਰ ਮਾਰੀ ਜਾਵੇ ਵੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਹਨ ਉਹ ਵੀ ਯਾਦ ਰੱਖਣ। ਇਸ ਦੇ ਤਹਿਤ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਉਸ ਵੇਲੇ 3 ਜੂਨ ਨੂੰ ਆਇਆ ਸੀ, ਉਦੋਂ ਸਾਰੀ ਖੁੱਲ੍ਹ ਦੇ ਕੇ ਸਿੱਖਾਂ ਨੂੰ ਅੰਦਰ ਭੇਜ ਦਿੱਤਾ, ਮੁੜ ਕੇ ਪਰ ਬਾਹਰ ਕਿਸੇ ਨੂੰ ਨਾ ਆਉਣ ਦਿੱਤਾ। ਚਸ਼ਮਦੀਦ ਗਵਾਹ ਇਵੇਂ ਲਿਖਦੇ ਹਨ ਕਿ 5 ਜੂਨ ਵਾਲੇ ਦਿਨ ਪਰਿਕਰਮਾਂ ਦੇ ਵਿੱਚ ਇਹੋ ਜਿਹੀ ਕੋਈ ਵੀ ਖਾਲੀ ਜਗ੍ਹਾ ਨਹੀਂ ਸੀ ਜਿੱਥੇ ਲੋਥ ਨਾ ਹੋਵੇ। ਸੰਤਾਂ ਨੂੰ ਫੜਨ ਦੇ ਵਾਸਤੇ, ਕਿਉਂਕਿ ਉਹਨਾਂ ਦੀ ਸੋਚ ਇਹ ਸੀ ਕਿ ਸੰਤ ਸ਼ਾਇਦ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਨ। ਆਪਣੇ ਜਿਹੜੇ ਫੌਜੀ ਗੋਤਾਖੋਰ ਫੌਜੀ ਹੁੰਦੇ ਹਨ ਉਹਨਾਂ ਨੂੰ ਅਸਲਾ ਦੇ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਭੇਜਣ ਦੇ ਵਾਸਤੇ ਸਰੋਵਰ ਥਾਣੀ ਉਹਨਾਂ ਨੂੰ ਟੁੱਬੀਆਂ ਲਗਾਈਆਂ ਗਈਆਂ। ਸ੍ਰੀ ਹਰਿਮੰਦਰ ਸਾਹਿਬ ਜੀ ਦਾ ਜਿਹੜਾ ਜਲ ਸੀ ਉਸ ਦੇ ਵਿੱਚ ਜ਼ਹਿਰ ਵੀ ਪਾਇਆ ਗਿਆ। ਤੇ ਉਹ ਜਿਹੜੇ ਚਸ਼ਮਦੀਦ ਗਵਾਹ ਗੁਰੂ ਕੇ ਸਿੱਖ ਹਨ ਉਹਨਾਂ ਨੇ ਬਚਨ ਕਹੇ ਹਨ ਤੇ ਗੁਰੂ ਕੀ ਸਿੱਖ ਸੰਗਤ ਜਿਹੜੀ ਸ਼ਹੀਦ ਹੋਈ ਪਈ ਸੀ ਉਹਨਾਂ ਦੇ ਖੂਨ ਦੇ ਨਾਲ ਜਿਹੜਾ ਅੰਮ੍ਰਿਤ ਸਾਹਿਬ ਦਾ ਪਵਿੱਤਰ ਸਰੋਵਰ ਦਾ ਜਲ ਸੀ ਨਾ ਉਹ ਐਨ ਲਾਲ ਹੋਇਆ ਪਿਆ ਸੀ। ਜਿਵੇਂ ਮੰਨ ਲਓ ਕਿ ਸਾਰੇ ਜਲ ਦੇ ਵਿੱਚ ਕਿਸੇ ਨੇ ਲਾਲ ਰੰਗ ਘੋਲਿਆ ਹੋਵੇ, ਐਸਾ ਸਾਰਾ ਹੀ ਉਹ ਜਲ ਹੋਇਆ ਪਿਆ ਸੀ। ਇਹਨਾਂ ਭਾਰੀ ਜਿਹੜੇ ਜਰਵਾਨੇ ਲੋਕ ਸਨ ਇਹਨਾਂ ਨੇ ਕਹਿਰ ਢਾਇਆ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ। ਸੋ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਦੇ ਅੰਦਰ ਅੱਜ ਜਿੱਥੇ ਗੁਰੂ ਕਾ ਸਿੱਖ ਵਸ ਰਿਹਾ ਹੈ, ਪਾਵਨ ਯਾਦ ਨੂੰ ਮਨਾਉਂਦਿਆਂ ਹੋਇਆਂ ਇਹ ਸੰਪੂਰਨ ਜਿਹੜਾ ਹਫਤਾ ਹੈ ਦੀਵਾਨ ਸਜਾਏ ਜਾਂਦੇ ਹਨ ਤਾਂ ਕਿ ਜਿਨ੍ਹਾਂ ਨੇ ਆਪਣੇ ਧਰਮ, ਕੌਮ, ਪੰਥ ਪ੍ਰਸਤੀ ਦੇ ਵਾਸਤੇ ਰਣ ਤੱਤੇ ਦੇ ਵਿੱਚ ਜੂਝਦਿਆਂ ਹੋਇਆਂ
ਸਰੀਰ ਦੇ ਉੱਪਰ ਭਾਰੀ ਦੁੱਖ ਸਹਾਰਦਿਆਂ ਹੋਇਆ ਸ੍ਰੀ ਅਕਾਲ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਜੋ ਹੋ ਰਹੀ ਬੇਰੁਮਤੀ ਨੂੰ ਨਾ ਜਰਦਿਆਂ ਹੋਇਆ ਆਪਣੇ ਪ੍ਰਾਣਾਂ ਦੀਆਂ ਆਹੂਤੀਆਂ ਦਿੱਤੀਆਂ, ਉਹਨਾਂ ਦੀਆਂ ਪਾਵਨ ਸ਼ਹੀਦੀਆਂ ਨੂੰ ਪ੍ਰਣਾਮ ਕੀਤਾ ਜਾਵੇ। ਸੋ ਸਤਿਗੁਰੂ ਕਿਰਪਾ ਕਰਨ, ਰਹਿਮਤ ਕਾਰਨ ਸਾਨੂੰ ਵੀ ਉਹ ਮਹਾਨ ਸ਼ਹੀਦਾਂ ਸਿੰਘਾਂ ਦੇ ਜੀਵਨ ਦੇ ਵਿੱਚੋਂ ਸੇਧ ਮਿਲੇ, ਤਾਂ ਕਿ ਅਸੀਂ ਵੀ ਗੁਰੂ ਕੇ ਸਿੱਖਾਂ ਵਾਲਾ ਜੀਵਨ ਜੀਵ ਸਕੀਏ। ਸੋ ਨਾਲ ਹੀ ਅੱਜ ਭਗਤ ਕਬੀਰ ਜੀ ਦਾ ਪਾਵਨ ਜਨਮ ਦਿਹਾੜਾ ਹੈ। ਇਸ ਸਥਾਨ ਦੀ ਮਰਿਆਦਾ ਦੇ ਮੁਤਾਬਕ ਜਿਸ ਵੀ ਭਗਤ ਸਾਹਿਬਾਨ ਦਾ ਸਤਿਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਾਂ ਭਗਤ ਸਾਹਿਬਾਨਾਂ ਦਾ ਜਨਮ ਦਿਹਾੜਾ ਹੋਵੇ, ਸ਼ਹੀਦ ਸਿੰਘਾਂ ਦਾ ਸ਼ਹੀਦੀ ਦਿਹਾੜਾ ਹੋਵੇ, ਉਸ ਦੇ ਬਾਬਤ ਟੂਕ ਮਾਤਰ ਵਿਚਾਰ ਕੀਤੀ ਜਾਂਦੀ ਹੈ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਸਾਹਿਬ ਕਬੀਰ ਜੀ ਨੇ ਜੇਠ ਦੀ ਪੂਰਨਮਾਸੀ ਨੂੰ ਜੋ ਕਾਂਚੀ ਚੌਰਾ ਹੈ ਉਸ ਅਸਥਾਨ ਦੇ ਉੱਪਰ ਨੀਰੂ ਜੀ ਤੇ ਨੀਮਾ ਜੀ ਦੇ ਗ੍ਰਹਿ ਵਿਖੇ ਆਪਣਾ ਜੋ ਜਨਮ ਧਾਰਨਾ ਕੀਤਾ ਹੈ। ਇਸੇ ਹੀ ਅਸਥਾਨ ਦੇ ਉੱਪਰ ਇਹਨਾਂ ਦੀ ਪਰਵਿਸ਼ ਹੋਈ ਹੈ। ਮਨ ਦੇ ਵਿੱਚ ਆਸਾ ਜਾਗੀ ਗੁਰੂ ਧਾਰਨ ਕਰਨਾ ਹੈ, ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਪਾਵਨ ਬਚਨ ਲਿਖਿਆ ਹੈ। ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਨ ਤਾਈ। ਇਸੇ ਹੀ ਧਰਤੀ ਦੇ ਉੱਪਰ ਰਾਮਾਨੰਦ ਜੀ ਜੋ ਵਾਹਿਗੁਰੂ ਪ੍ਰਮਾਤਮਾ ਦੇ ਭਗਤ ਹਨ, ਵੈਸ਼ਨਵ ਮਤ ਦੇ ਧਾਰਨੀ ਹਨ, ਇੰਨੀ ਬੰਦਗੀ ਕੀਤੀ ਹੈ ਕਿ ਸਰੂਪ ਦੇ ਵਿੱਚੋਂ ਹੀ ਵਾਹਿਗੁਰੂ ਪ੍ਰਮਾਤਮਾ ਦੀ ਸਾਖਿਆਤਤਾ ਕੀਤੀ ਹੈ। ਬਚਨ ਆਉਂਦਾ ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿਤ ਨ ਚੱਲੇ ਮਨ ਭਇਓ ਪੰਗ। ਇੱਛਾ ਜ਼ਾਹਰ ਹੋਈ ਕਿ ਤਿੰਨਾਂ ਦੇ ਪਾਸੋਂ ਉਪਦੇਸ਼ ਲੈਣਾ ਚਾਹੀਦਾ, ਪਰ ਸੀ ਜੁਲਾਹਿਆਂ ਦੇ ਘਰੇ ਜਨਮ ਇਸ ਵਾਸਤੇ ਰਾਮਾਨੰਦ ਜੀ ਨੇ ਇਹਨਾਂ ਨੂੰ ਉਪਦੇਸ਼ ਦੇਣ ਤੋਂ ਨਾ ਕਰਤੀ। ਹਰ ਰੋਜ਼ ਜਿਸ ਰਸਤੇ ਥਾਣੀ ਇਸ਼ਨਾਨ ਕਰਨ ਦੇ ਵਾਸਤੇ ਜਾਂਦੇ ਸਨ, ਰਾਮਾਨੰਦ ਜੀ ਗੰਗਾ ਦੇ ਵਿੱਚ ਵਾਪਸ ਉਸੇ ਰਸਤੇ ਥਾਣੀ ਜਦੋਂ ਆਉਂਦੇ ਸਨ, ਉਸ ਰਸਤੇ ਦੀਆਂ ਪੌੜੀਆਂ ਦੇ ਵਿੱਚ ਭਗਤ ਕਬੀਰ ਜੀ ਲੰਮਾ ਪੈ ਗਏ। ਜਿਸ ਵੇਲੇ ਤੁਰੇ ਆ ਰਹੇ ਸਨ, ਸੁਭਾਵਿਕ ਹੈ ਕਿ ਹਨੇਰੇ ਦੇ ਸਮੇਂ ਦੇ ਵਿੱਚ ਕੋਈ ਤੁਰਿਆ ਆਵੇ ਪੌੜੀਆਂ ਦੇ ਉੱਪਰ, ਜਿਹੜੇ ਰਸਤੇ ਰੋਜ਼ ਲੰਘਦਾ ਹੋਵੇ ਤੇ ਉਸ ਰਸਤੇ ਦਾ ਪਤਾ ਹੀ ਹੁੰਦਾ ਹੈ। ਪਰ ਅੱਜ ਉਸੇ ਰਸਤੇ ਦੇ ਵਿੱਚ ਸਰੀਰ ਪਿਆ ਹੋਇਆ ਸੀ। ਹਨੇਰਾ ਹੋਣ ਦੇ ਕਾਰਨ ਜਦੋਂ ਪੈਰ ਰਾਮਾਨੰਦ ਜੀ ਦਾ ਭਗਤ ਕਬੀਰ ਜੀ ਦੇ ਸਰੀਰ ਨੂੰ ਟਕਰਾਇਆ ਤੇ ਭਾਈ ਗੁਰਦਾਸ ਜੀ ਨੇ ਬਚਨ ਲਿਖਿਆ, ਬੋਲਹੁ ਰਾਮ ਸਿੱਖ ਸਮਝਾਈ। ਇਹ ਬਚਨ ਕਿਹਾ ਵੀ ਰਾਮ ਕੇ ਰਾਮ ਕਹੋ। ਸਿੱਖਿਆ ਦੇਤੀ। ਉਸ ਦਿਨ ਤੋਂ ਭਗਤ ਕਬੀਰ ਜੀ ਨੇ ਰਾਮ ਰਾਮ ਜਪਣਾ ਸ਼ੁਰੂ ਕਰਤਾ। ਇੱਥੋਂ ਤੱਕ ਬਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਸਾਹਿਬ ਕਬੀਰ ਜੀ ਦੇ ਮੁਬਾਰਕ ਰਸਨਾ ਦੇ ਉਚਾਰਨ ਕੀਤੇ ਹੋਏ ਮਿਲਦੇ ਹਨ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਭਗਤ ਜੀ ਕਹਿੰਦੇ ਸਾਡੇ ਕੋਲ ਜਿਹੜੀ ਸਿਮਰਨੀ ਹੈ ਨਾ, ਉਹ ਇਹੋ ਹੀ ਹੈ ਕਿ ਸਾਡੀ ਰਸਨਾ ਦੇ ਉੱਪਰ ਹਰ ਵੇਲੇ ਰਾਮ ਰਹਿੰਦਾ ਹੈ। ਹਰ ਵੇਲੇ ਉਸ ਰਾਮ ਨੂੰ ਅਸੀਂ ਆਰਾਧਦੇ ਰਹਿੰਦੇ ਹਾਂ।
ਤੇ ਉਸ ਰਾਮ ਨੂੰ ਜਪਦਿਆਂ ਜਪਦਿਆਂ ਹੋਇਆਂ ਉਸ ਰਾਮ ਦੇ ਵਿੱਚ ਅਭੇਦਤਾ ਪ੍ਰਾਪਤ ਕੀਤੀ ਸਾਹਿਬ ਕਬੀਰ ਜੀ ਨੇ। ਸੁਭਾਵਕ ਹੈ ਕਿ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਪਰਮਾਤਮਾ ਉਸ ਦੀ ਸੰਸਾਰ ਦੇ ਵਿੱਚ ਵਡਿਆਈ ਕਰਾਉਂਦਾ ਹੈ। ਸਾਰੇ ਜਗਤ ਦੇ ਵਿੱਚ ਭਗਤ ਕਬੀਰ ਜੀ ਦੀ ਵਡਿਆਈ ਹੋਣ ਲੱਗੀ। ਈਰਖਾ ਵਸ ਹੋ ਕਰਕੇ ਜਿਹੜੇ ਬ੍ਰਾਹਮਣ ਲੋਕ ਸਨ ਉਹ ਇਹ ਗੱਲ ਕਹਿੰਦੇ ਹਨ ਕਿ ਜਾਤ ਦਾ ਜੁਲਾਹਾ ਤੇ ਦੁਨੀਆ ਦੇ ਭੋਲੇ ਭਾਲੇ ਲੋਕਾਂ ਨੂੰ ਲੁੱਟ ਰਿਹਾ ਕਿ ਮੈਨੂੰ ਰੱਬ ਦੀ ਪ੍ਰਾਪਤੀ ਹੋ ਗਈ ਹੈ। ਬੇਸ਼ੱਕ ਇਹ ਜਿਹੜੇ ਪੰਡਤ ਲੋਕ ਸਨ ਇਹਨਾਂ ਨੇ ਇੱਕ ਵਾਰ ਨਹੀਂ ਅਨੇਕਾਂ ਵਾਰ ਭਗਤ ਕਬੀਰ ਜੀ ਦੇ ਨਾਲ ਵਿਚਾਰ ਚਰਚਾ ਕੀਤੀ ਔਰ ਉਸ ਵਿਚਾਰ ਚਰਚਾ ਦੇ ਵਿੱਚ ਇੱਕ ਵਾਰ ਨਹੀਂ ਹਰ ਵਾਰੀ ਹਾਰਦੇ ਰਹੇ। ਜਿਹੜਾ ਪ੍ਰਸ਼ਨ ਕਰਨਾ ਬੜੇ ਠੋਸ ਜਵਾਬ ਉਸ ਪ੍ਰਸ਼ਨ ਦੇ ਕਰਕੇ ਇਹਨਾਂ ਨੂੰ ਨਿਰੁੱਤਰ ਕਰ ਦੇਣਾ ਤੇ ਫਿਰ ਇਹਨਾਂ ਨੂੰ ਕੋਈ ਗੱਲ ਹੀ ਨਾ ਹੋਣੀ। ਇੱਥੋਂ ਤੱਕ ਫਿਰ ਇਹਨਾਂ ਲੋਕਾਂ ਨੇ ਸਮੇਂ ਦੇ ਜਿਹੜੇ ਹਕੂਮਤੀ ਲੋਕ ਸਨ, ਰਾਜੇ ਲੋਕ ਸਨ, ਉਹਨਾਂ ਤੋਂ ਮਰਵਾਉਣ ਦਾ ਯਤਨ ਕੀਤਾ। ਪਰ ਸਾਹਿਬ ਕਬੀਰ ਜੀ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਬਚਨ ਲਿਖਿਆ ਹੈ ਕਿ ਵਾਹਿਗੁਰੂ ਪ੍ਰਮਾਤਮਾ ਨੇ ਆਪ ਸਾਡੀ ਇਸ ਸੰਸਾਰ ਦੇ ਵਿੱਚ ਆਣ ਕੇ ਰੱਖਿਆ ਕੀਤੀ। ਜਿਵੇਂ ਪਾਵਨ ਸ਼ਬਦ ਆਉਂਦਾ ਹੈ, ਪੁਜਾ ਬਾਂਧ ਭਿਲਾ ਕਰ ਡਾਰਿਓ, ਇਸ ਸ਼ਬਦ ਦੇ ਵਿੱਚ ਜ਼ਿਕਰ ਹੈ ਕਿ ਹਾਥੀ ਦੇ ਅੱਗੇ ਸੁੱਟਤਾ। ਜਿਹੜਾ ਪਾਵਨ ਸ਼ਬਦ ਆਉਂਦਾ ਹੈ, ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਇਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸਾਰੇ ਸਰੀਰ ਨੂੰ ਜੰਜੀਰਾਂ ਦੇ ਨਾਲ ਜਕੜ ਕੇ ਜਿਹੜਾ ਗੰਗਾ ਦੀਆਂ ਲਹਿਰਾਂ ਸਨ ਉਸ ਦੇ ਵਿੱਚ ਚਲਾ ਕੇ ਸਿੱਟਤਾ। ਐਵੇਂ ਇੱਕ ਨਹੀਂ ਅਨੇਕਾਂ ਈਰਖਾ ਦੇ ਵਸ ਹੋ ਕੇ ਕੁਝ ਯਤਨ ਜਿਹੜੇ ਇਥੋਂ ਦੇ ਬ੍ਰਾਹਮਣ ਲੋਕ ਸਨ ਉਹਨਾਂ ਨੇ ਕੀਤੇ। ਪਰ ਸਾਹਿਬ ਕਬੀਰ ਜੀ ਨੇ ਆਪਣੀ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਬਚਨ ਕਿਹਾ। ਕਹਿਣ ਲੱਗੇ, ਜਦੋਂ ਹਾਥੀ ਦੇ ਅੱਗੇ ਸੁੱਟਿਆ, ਹਸਤ ਭਾਗ ਕੈ ਚੀਸਾ ਮਾਰੈ, ਪਾ ਮੂਰਤ ਕੈ ਹਉ ਬਲਿਹਾਰੈ। ਕਹਿੰਦੇ ਹਾਥੀ ਚੀਕਾ ਮਾਰ ਕੇ ਦੌੜ ਗਿਆ। ਜੇ ਗੰਗਾ ਦੀਆਂ ਲਹਿਰਾਂ ਦੇ ਵਿੱਚ ਸੁੱਟਿਆ ਤੇ ਬਚਨ ਕਿਹਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਕਿੱਥੇ ਲਹਿਰ ਦਾ ਕਰਮ ਹੈ ਕਿ ਆਪਣੇ ਵਿੱਚ ਲਪੇਟ ਕੇ ਤੇ ਮਨੁੱਖਾ ਸਰੀਰ ਨੂੰ ਡੁਬੋ ਦਿੰਦੀ ਹੈ। ਪਰ ਸਾਹਿਬ ਕਬੀਰ ਜੀ ਕਹਿੰਦੇ ਉਸ ਗੰਗਾ ਦੇ ਵਿੱਚ ਲਹਿਰ ਆਈ, ਦੇਵਨੇਤ ਐਸੀ ਹੋਏ ਕਿ ਜਿਹੜੀਆਂ ਸਰੀਰ ਦੇ ਉੱਪਰ ਜਕੜੀਆਂ ਹੋਈਆਂ ਜੰਜੀਰਾਂ ਸਨ ਉਹ ਸਾਰੀਆਂ ਟੁੱਟ ਗਈਆਂ। ਅਸੀਂ ਗੰਗਾ ਦੇ ਪਾਣੀ ਦੇ ਵਹਿੰਦੇ ਹੋਏ ਵਹਿਣ ਦੇ ਉੱਪਰ ਐਵੇਂ ਬੈਠ ਗਏ ਜਿਵੇਂ ਕੋਈ ਮ੍ਰਿਗਸ਼ਾਲਾ ਦੇ ਉੱਪਰ ਬੈਠ ਕੇ ਵਾਹਿਗੁਰੂ ਪ੍ਰਮਾਤਮਾ ਦਾ ਸਾਧੂ ਭਜਨੀਕ ਉਸ ਦਾ ਭਜਨ ਕਰਦਾ ਹੈ। ਐਵੇਂ ਅਖੀਰ ਨੂੰ ਕੋਈ ਵੀ ਇਹਨਾਂ ਦਾ ਜਿਹੜਾ ਯਤਨ ਸੀ ਨਾ ਚੱਲਿਆ ਤਾਂ ਆਪਣੀ ਮੌਜ ਦੇ ਮੁਤਾਬਕ ਭਗਤ ਕਬੀਰ ਜੀ ਨੇ ਅਖੀਰ ਨੂੰ ਮਗਹਰ, ਜਿਹਨੂੰ ਹੜੰਬੇ ਦੀ ਧਰਤੀ ਕਿਹਾ ਜਾਂਦਾ ਹੈ, ਜਿਸ ਦੇ ਬਾਰੇ ਇਹਨਾਂ ਦੇ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਜਿਹੜਾ ਇਸ ਧਰਤੀ ਦੇ ਉੱਪਰ ਮਰ ਜਾਵੇ ਉਹ ਨਰਕਾਂ ਦੇ ਵਿੱਚ ਚਲੇ ਜਾਂਦਾ। ਪਰ ਭਗਤ ਕਬੀਰ ਜੀ ਨੇ ਇਹ ਬਚਨ ਡੰਕੇ ਦੀ ਚੋਟ ਦੇ ਉੱਪਰ ਕਿਹਾ ਕਿ ਮਨਹੁ ਕਠੋਰ ਮਰੈ ਬਾਨਾਰਸ, ਨਰਕ ਨਾ ਬਾਚਿਆ ਜਾਈ। ਹਰ ਕਾ ਸੰਤ ਮਰੈ ਹੜੰਬੈ, ਤਿਨ ਸਗਲੀ ਸੈਨ ਤਰਾਈ। ਕਹਿੰਦੇ ਮਨ ਵਿਕਾਰੀ ਹੈ, ਮਨ ਪਾਪੀ ਹੈ, ਮਨ ਵਿਖਈ ਹੈ,
ਮਨ ਦੇ ਵਿੱਚ ਛਲ ਹੈ, ਕਪਟ ਹੈ, ਕਾਮ ਕ੍ਰੋਧ ਆਦਿ ਦਾ ਆਦੀ ਹੈ। ਭਾਵੇਂ ਉਹ ਕਾਂਛੀ ਦੇ ਵਿੱਚ ਮਰ ਜਾਵੇ, ਉਹ ਨਰਕਾਂ ਚੋਂ ਬਚਨੋਂ, ਨਰਕਾਂ ਚੋਂ ਪੈਨੋਂ ਰਹਿ ਨਹੀਂ ਸਕਦਾ, ਨਰਕਾਂ ਚੋਂ ਪੈਨੋਂ ਬਚ ਨਹੀਂ ਸਕਦਾ। ਪਰ ਜੇ ਵਾਹਿਗੁਰੂ ਪ੍ਰਮਾਤਮਾ ਦਾ ਪਿਆਰਾ ਹਰ ਕਾ ਸੰਤ ਮਰੈ ਹੜੰਬੈ, ਤਿਨ ਸਗਲੀ ਸੈਨ ਤਰਾਈ। ਬੇਸ਼ੱਕ ਧਰਤੀ ਹੜੰਬੇ ਦੀ ਤੁਹਾਡੇ ਕਥਨ ਦੇ ਮੁਤਾਬਕ ਉੱਥੇ ਮਰਨ ਵਾਲਾ ਨਰਕਾਂ ਦਾ ਵਾਸੀ ਬਣਦਾ ਹੈ। ਸੂਰ ਇਤਿਆਦਿਕ ਦੀਆਂ ਉਸ ਨੂੰ ਜੂਨਾਂ ਭੋਗਣੀਆਂ ਪੈਂਦੀਆਂ ਹਨ। ਪਰ ਸਾਡੀ ਵਿਚਾਰਧਾਰਾ ਇਹ ਕਿ ਰੱਬ ਦਾ ਪਿਆਰਾ ਹੜੰਬੇ ਦੀ ਧਰਤੀ ਤੇ ਵੀ ਮਰ ਜਾਵੇ, ਉਹ ਆਪ ਤਾਂ ਮੁਕਤੀ ਹੈ। ਜਿਹੜਾ ਉਹਨਾਂ ਦੀ ਸੰਗਤ ਕਰੇਗਾ, ਉਹਨਾਂ ਦਾ ਸੰਗੀ ਬਣੇਗਾ, ਉਸ ਨੂੰ ਵੀ ਸੰਸਾਰ ਦੇ ਵਿੱਚੋਂ ਛੁਡਾ ਲਵੇਗਾ, ਮੁਕਤ ਕਰ ਲਵੇਗਾ। ਆਪਣਾ ਸਰੀਰ ਰੂਪੀ ਚੋਲਾ ਉੱਥੇ ਉਹਨਾਂ ਨੇ ਅੰਤ ਕਾਲ ਨੂੰ ਤਿਆਗਿਆ। ਐਸੇ ਮਹਾਨ ਪਰਉਪਕਾਰੀ ਭਗਤ ਜੀ, ਜਿਨ੍ਹਾਂ ਨੇ ਪਖੰਡਵਾਦ ਦਾ ਬੇਝਿਜਕ ਹੋ ਕਰਕੇ ਸੰਸਾਰ ਦੇ ਵਿੱਚ ਖੰਡਨ ਕੀਤਾ। ਜੇ ਕੁਮਤ ਕਰਦਿਆਂ ਹੋਇਆਂ ਬਾਹਮਣਾਂ ਨੂੰ ਵੇਖਿਆ ਤੇ ਇਹ ਬਚਨ ਕਿਹਾ ਕਿ ਪੰਡਿਆ ਕਵਨ ਕੁਮਤ ਤੁਮ ਲਾਗੇ, ਡੂਬੋਗੇ ਪਰਿਵਾਰ ਸਕਲ ਸਿਓ ਰਾਮ ਨ ਜਪੋ ਅਪਾਗੇ। ਅੱਗੇ ਉਹ ਆਵਾਜ਼ ਆਈ, ਕਬੀਰ ਜੀ ਅਸੀਂ ਬੜੇ ਗ੍ਰੰਥ ਪੜ੍ਹੇ ਹਨ। ਤਾਂ ਉਸ ਵੇਲੇ ਬਚਨ ਕਿਹਾ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰ ਸਪਾਰਾ। ਜਿਸ ਗ੍ਰੰਥਾਂ ਦੇ ਵਿੱਚ ਰੱਬ ਦੀ ਗੱਲ ਕੀਤੀ ਹੈ, ਪਰਮੇਸ਼ਰ ਦੀ ਗੱਲ ਕੀਤੀ ਹੈ, ਉਸ ਦੀ ਪ੍ਰਾਪਤੀ ਦਾ ਵਿਧੀ ਵਿਧਾਨ ਹੀ ਨਹੀਂ ਜਾਣਿਆ, ਸੰਸਾਰ ਦੇ ਵਿੱਚੋਂ ਪਾਰ ਨਹੀਂ ਉਤਰ ਸਕਦਾ। ਐਸੇ ਸਮੇਂ ਦਾ ਆਪਣੇ ਸਮੇਂ ਦੇ ਵਿੱਚ ਹਲੀਮੀ ਰਾਜ ਲਿਆਉਣ ਵਾਲੇ, ਦੁਨੀਆ ਦੇ ਲੋਕਾਂ ਦਾ ਭਲਾ ਕਰਨ ਵਾਲੇ ਸਾਹਿਬ ਕਬੀਰ ਜੀ ਦਾ ਅੱਜ ਜਨਮ ਦਿਹਾੜਾ ਹੈ। ਸੋ ਇਸ ਪਾਵਨ ਅਸਥਾਨ ਦੇ ਉੱਪਰ ਜੋ ਗੁਰੂ ਕੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਆਓ ਇਕਾਗਰ ਚਿੱਤ ਹੋ ਕੇ ਆਪਾਂ ਪਾਵਨ ਪਵਿੱਤਰ ਗੁਰੂ ਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਰਾਗਾਂ ਦੀ ਬਾਣੀ ਦੀ ਪ੍ਰਾਰੰਭਤਾ ਹੋ ਰਹੀ ਹੈ। ਬੇਸ਼ੱਕ ਕਈਆਂ ਮਤਾਂ ਦੇ ਵਿੱਚ ਜਿਹੜਾ ਭੈਰੋ ਰਾਗ ਹੈ ਉਸ ਨੂੰ ਸੰਪੂਰਨ ਰਾਗ ਮੰਨਿਆ ਹੈ ਤੇ ਪ੍ਰਮੁੱਖ ਰਾਗ ਮੰਨਿਆ। ਸ਼ਿਵ ਜੀ ਮਤ ਮੁਤਾਬਕ ਪਰ ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਪੜ੍ਹੀਏ, ਭਾਈ ਗੁਰਦਾਸ ਜੀ ਦੇ ਪਾਵਨ ਪਵਿੱਤਰ ਬਚਨ ਪੜ੍ਹੀਏ, ਗੁਰੂ ਕੀ ਬਾਣੀ ਦੇ ਵਿੱਚ ਇਹ ਬਚਨ ਹੈ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਭਾਈ ਗੁਰਦਾਸ ਜੀ ਨੇ ਇਹ ਬਚਨ ਕਿਹਾ ਹੈ ਕਿ ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਜਿਵੇਂ ਪੱਥਰਾਂ ਦੇ ਵਿੱਚੋਂ ਸਾਰਿਆਂ ਨੂੰ ਅਮੁੱਲਕ ਪਾਰਸ ਨੂੰ ਮੰਨਿਆ ਜਾਂਦਾ ਹੈ, ਇਵੇਂ ਬੇਸ਼ੱਕ ਅਨੇਕਾਂ ਰਾਗ ਹਨ, ਉਹਨਾਂ ਰਾਗਾਂ ਦੇ ਵਿੱਚੋਂ ਜਿਹੜਾ ਸ਼੍ਰੀ ਰਾਗ ਉਹ ਪ੍ਰਮੁੱਖ ਰਾਗ ਹੈ। ਭਾਵੇਂ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਸਾਰੇ ਰਾਗਾਂ ਦੇ ਸਮੇਤ ਉਹਨਾਂ ਦੀਆਂ ਜਿਹੜੀਆਂ ਇਸਤਰੀਆਂ ਸਨ, ਉਹਨਾਂ ਦੇ ਜਿਹੜੇ ਪੁੱਤਰ ਸਨ, ਉਹਨਾਂ ਦੀ ਗਿਣਤੀ ਕੀਤੀ ਹੈ 84। ਪਰ ਪ੍ਰਮੁੱਖ ਰਾਗ ਇਹ ਮੰਨਿਆ ਹੈ, ਸਨਾਤਨ ਮਤ ਦੇ ਵਿੱਚ ਸ਼ਿਵ ਜੀ ਉਸ ਦੇ 5 ਮੂੰਹ ਮੰਗਨੇ ਹਨ। ਜਿਹੜਾ ਪ੍ਰਮੁੱਖ ਮੁੱਖ ਹੈ ਉਸ ਦੇ ਵਿੱਚੋਂ ਇਹ ਨਿਕਲਿਆ ਹੋਇਆ ਰਾਗ ਹੈ। 5 ਰਾਗਾਂ ਦਾ ਕਰਤਾ ਸ਼ਿਵ ਜੀ ਨੂੰ ਮੰਨਿਆ ਹੈ ਗ੍ਰੰਥਕਾਰਾਂ ਨੇ। ਧੰਨ ਗੁਰੂ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਜੋ ਪਹਿਲਾ ਰਾਗ ਹੈ ਸ੍ਰੀ ਰਾਗ, ਇਸ ਦੀ ਪ੍ਰਾਰੰਭਤਾ ਹੋ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਮੇਂ-ਸਮੇਂ ਦੇ ਮੁਤਾਬਿਕ ਇਸ ਰਾਗ ਬਾਰੇ ਜੋ ਜਾਣਕਾਰੀ ਹੈ ਪ੍ਰਾਪਤ ਕਰਦੇ ਰਹਾਂਗੇ, ਕਿਉਂਕਿ ਅੱਜ ਸਮਾਂ ਸੀਮਤ ਹੈ। ਜੋ ਪਾਵਨ ਸ਼ਬਦ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਉਚਾਰਨ ਕੀਤਾ ਹੈ। ਆਓ ਪਾਵਨ ਗੁਰੂ ਕੀ ਬਾਣੀ ਦੀ ਜੋ ਵਿਚਾਰ ਹੈ ਉਸ ਨੂੰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਦੀ ਪ੍ਰਾਰੰਭਤਾ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸਾਰਿਆਂ ਦੇ ਨਾਲੋਂ ਪਹਿਲੋਂ ਵਾਹਿਗੁਰੂ ਪ੍ਰਮਾਤਮਾ ਦਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਕਿ ਪ੍ਰਮਾਤਮਾ ਇੱਕ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਭਾਈ ਪ੍ਰਾਪਤ ਹੁੰਦਾ ਹੈ। ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ। ਰਾਗ ਦਾ ਨਾਮ ਸ੍ਰੀ ਰਾਗ ਹੈ। ਘਰ ਪਹਿਲਾ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਅਨੇਕਾਂ ਘਰਾਂ ਦਾ ਜ਼ਿਕਰ ਹੈ। 17 ਘਰ ਜਿਹੜੇ ਪ੍ਰਮੁੱਖ ਹਨ ਉਹਨਾਂ ਦੇ ਬਾਰੇ ਜ਼ਿਕਰ ਆਉਂਦਾ, ਜਿਸ ਦੇ ਵਿੱਚ ਸਮੇਂ ਦੇ ਮੁਤਾਬਕ ਜਿਹੜੇ ਰਾਗੀ ਸਿੰਘ ਹਨ ਉਹਨਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਜਿਹੜਾ ਆ ਸ਼ਬਦ ਹੈ ਇਸ ਰਾਗ ਤੇ ਇਸ ਘਰ ਦੇ ਵਿੱਚ ਤੁਸੀਂ ਗਾਇਨ ਕਰਨਾ। ਜਿਹੜਾ ਘਰ ਦਾ ਸ਼ਬਦ ਹੈ ਇਸ ਦਾ ਸੰਬੰਧ ਰਾਗ ਦੇ ਨਾਲ ਹੈ, ਇਸ ਦਾ ਸੰਬੰਧ ਤਾਲ ਦੇ ਨਾਲ ਹੈ। ਇਵੇਂ ਕਹਿ ਲਈਏ ਕਿ ਇਸ ਦਾ ਜਿਹੜਾ ਸਿੱਧਾ ਸੰਬੰਧ ਹੈ ਉਹ ਸੰਗੀਤ ਦੇ ਨਾਲ ਹੈ। ਵੀ ਜੇ ਸੰਗੀਤਕ ਭਾਸ਼ਾ ਦੇ ਵਿੱਚ ਇਹ ਸ਼ਬਦ ਗਾਉਣਾ ਹੈ ਤੇ ਕਿਹੜੇ ਰਾਗ ਤੇ ਕਿਹੜੇ ਘਰ, ਜਾਂ ਇਹ ਕਹਿ ਲਈਏ ਵੀ ਕਿਹੜੇ ਤਾਲ ਦੇ ਵਿੱਚ ਇਸ ਦਾ ਗਾਇਨ ਹੋਣਾ। ਇਹ ਜਦੋਂ ਪਾਵਨ ਸ਼ਬਦ ਆਰੰਭਤਾ ਦੇ ਵਿੱਚ ਪਹਿਲੋਂ ਅੱਖਰਾਂ ਦੇ ਵਿੱਚ ਪਹਿਲਾ ਲਿਖਿਆ ਹੋਇਆ ਹੈ, ਫਿਰ ਗਣਿਤ ਭਾਸ਼ਾ ਦੇ ਵਿੱਚ ਏਕਾ ਹੈ, ਜਿਸ ਦਾ ਸੰਕੇਤ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ। ਇਹ ਸੰਕੇਤਕ ਸ਼ਬਦ ਹੁੰਦਾ ਹੈ ਜਿਸ ਦਾ ਸੰਕੇਤ ਸਾਨੂੰ ਦਿੱਤਾ ਹੈ ਕਿ ਜਦੋਂ ਵੀ ਗੁਰੂ ਕੀ ਬਾਣੀ ਪੜ੍ਹਨੀ ਹੈ, ਕਿਉਂਕਿ ਜਿਹੜੇ ਸੰਥਿਆ ਨਹੀਂ ਨਾ ਕਰਦੇ, ਉਹ ਕਈ ਸ਼ਾਇਦ ਤੁਸੀਂ ਵੀ ਦੇਖੇ ਹੋਣਗੇ, ਉਹ ਮਹੱਲਾ 1 ਕਹਿੰਦੇ ਹਨ, ਮਹੱਲਾ 2, ਮਹੱਲਾ 3, ਮਹੱਲਾ 4 ਇਵੇਂ ਉਚਾਰਨ ਕਰਦੇ, ਪਰ ਜਿਹੜਾ ਗਲਤ ਉਚਾਰਨ ਇਹ ਸੰਕੇਤਕ ਸ਼ਬਦ ਹੈ ਕਿ ਜਦੋਂ ਮਹੱਲਾ ਆ ਜਾਵੇ ਉਸ ਦੇ ਅੱਗੇ ਜਿਹੜੇ ਗਣਿਤ ਦੇ ਵਿੱਚ ਅੱਖਰ ਲਿਖੇ ਹਨ ਉਹਨਾਂ ਨੂੰ ਕਿਵੇਂ ਬੋਲਣਾ ਹੈ। ਤਾਂ ਸਤਿਗੁਰੂ ਸਾਹਿਬ ਜੀ ਨੇ ਗੁਰਮੁਖੀ ਭਾਸ਼ਾ ਦੇ ਵਿੱਚ ਪਹਿਲੋਂ ਸਾਰਿਆਂ ਦੇ ਨਾਲੋਂ ਪਹਿਲਾ ਲਿਖਿਆ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਨੂੰ ਉਚਾਰਨ ਕਰਤਾ ਹਨ। ਮੋਤੀ ਤਾ ਮੰਦਰ ਊਸਰਹਿ, ਰਤਨੀ ਤਾ ਹੋਏ ਜੜਾਓ। ਇਤਿਹਾਸ ਦੇ ਵਿੱਚ ਇਸ ਪਾਵਨ ਸ਼ਬਦ ਦੀ ਉਥਾਨਕਾ ਮਿਲਦੀ ਹੈ। ਗਿਆਨੀ ਗਿਆਨ ਸਿੰਘ ਜੀ ਨੇ ਤਾਂ ਇਵੇਂ ਬਚਨ ਲਿਖੇ ਹਨ ਕਿ ਸੰਗਰੂਰ ਦੀ ਜੋ ਧਰਤੀ ਹੈ ਉਸ ਦੇ ਬਾਰ-ਬਾਰ ਗੁਰਦੁਆਰਾ ਨਾਨਕਿਆਣਾ ਸਾਹਿਬ ਹੈ। ਭਾਈ ਸੰਤੋਖ ਸਿੰਘ ਜੀ ਨੇ ਇਵੇਂ ਬਚਨ ਲਿਖੇ ਕਿ ਮਹਾਰਾਜ ਜੰਗਲ ਦੇ ਵਿੱਚ ਬੈਠੇ ਹੋਏ ਸਨ। ਉਸ ਵੇਲੇ ਉਹ ਜਿੰਨਾ ਵੀ ਇਲਾਕਾ ਸੀ, ਏਰੀਆ ਸੀ ਨਾ, ਜਿਹੜੇ ਆਪਣੇ ਭਾਸ਼ਾ ਦੇ ਗ੍ਰੰਥ ਹਨ ਜਾਂ ਇਤਿਹਾਸ ਦੇ ਗ੍ਰੰਥ ਹਨ ਪੁਰਾਤਨ, ਉਹਨਾਂ ਦੇ ਵਿੱਚ ਮਾਲਵੇ ਦੇਸ਼ ਨੂੰ ਜੰਗਲ ਦੇਸ਼ ਕਰਕੇ ਲਿਖਿਆ ਹੋਇਆ। ਉਹ ਪਾਵਨ ਅਸਥਾਨ ਅੱਜ ਵੀ ਉੱਥੇ ਮੌਜੂਦ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨਾਲ ਸੁਭਾਈਮਾਨ ਹਨ। ਇੱਕੇ ਦਮ ਬਹੁਤ ਜ਼ਿਆਦਾ
ਜਿਹੜਾ ਝੱਖੜ ਹੈ, ਹਨੇਰ ਹੈ, ਉਹ ਵਗਣਾ ਸ਼ੁਰੂ ਹੋਇਆ। ਇਥੋਂ ਤੱਕ ਇੰਨਾ ਭਾਰੀ ਝੱਖੜ ਵਗਿਆ ਕਿ ਜਿਹੜੇ ਦਰਖਤਾਂ ਦੇ ਮੁੱਢ ਸਨ ਉਹ ਵੀ ਧਰਤੀ ਦੇ ਵਿੱਚੋਂ ਪੱਟੇ ਗਏ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਬਚਨ ਦਾ ਅੱਜ ਕੋਈ ਜਿਹੜਾ ਹੈ ਨਾ ਉਹ ਆਸਰਾ ਨਹੀਂ ਪ੍ਰਤੀਤ ਹੋ ਰਿਹਾ। ਅੱਗੇ ਤੇ ਮਨੁੱਖ ਆਉਂਦੇ ਸਨ, ਉਹਨਾਂ ਕੋਲੋਂ ਬਚ ਜਾਂਦੇ ਆ, ਪਰ ਇਹ ਤੇ ਕੁਦਰਤ ਦਾ ਕਹਿਰ ਹੈ। ਦੇਖੋ ਕਿੱਡੇ ਕਿੱਡੇ ਭਾਰੀ ਦਰਖਤ ਹਨ ਜਿਹੜੇ ਮੁੱਢਾਂ ਤੋਂ ਹੀ ਪੁੱਟੇ ਜਾ ਰਹੇ। ਕਦੇ ਹੀ ਆਪਣੇ ਉੱਪਰ ਆਣ ਕੇ ਡਿੱਗ ਪਿਆ ਤੇ ਆਪਣੀ ਤੇ ਜੀਵਨ ਲੀਲਾ ਇੱਥੇ ਸਮਾਪਤ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮਰਦਾਨਿਆ, ਜਿਹਨੂੰ ਕਰਤਾਰ ਰੱਖੇ ਉਸ ਨੂੰ ਮਾਰ ਕੋਈ ਨਹੀਂ ਸਕਦਾ। ਜਿੰਨਾ ਜੀਵਨ ਲਿਖਿਆ ਹੈ ਉਹਨਾਂ ਤੋਂ ਭੋਗ ਕੇ ਜਾਵੇਗਾ। ਜਦੋਂ ਜੀਵਨ ਲੀਲਾ ਸਮਾਪਤ ਹੋ ਗਈ ਉਦੋਂ ਤੈਨੂੰ ਸੰਸਾਰ ਦੇ ਵਿੱਚ ਕੋਈ ਨੇ ਰੱਖਣਾ ਨਹੀਂ, ਫਿਰ ਸਰੀਰ ਤਿਆਗਣਾ ਹੀ ਪੈਣਾ। ਇਸ ਵਾਸਤੇ ਕਰਤਾਰ ਚੇਤੇ ਕਰ। ਭਾਰੀ ਹਨੇਰੀ ਝੱਖੜ ਤੋਂ ਬਾਅਦ ਆਕਾਸ਼ ਦੇ ਵਿੱਚੋਂ ਗੜਿਆਂ ਵਾਲਾ ਜਿਹੜਾ ਮੀਂਹ ਹੈ ਉਹ ਪੈਣਾ ਸ਼ੁਰੂ ਹੋਇਆ। ਇਵੇਂ ਅਨੇਕਾਂ ਕੁਦਰਤੀ ਕਹਿਰਾਂ ਨੂੰ ਲਿਆਣ ਕਰਕੇ ਆਖਰਕਾਰ ਨੂੰ ਇੱਕ ਲੰਮੇ ਸਵਰੂਪ ਵਾਲਾ, ਉੱਚੇ ਲੰਬੇ ਕੱਦ ਵਾਲਾ, ਸਰੀਰ ਦੇ ਉੱਪਰ ਕੋਈ ਵੀ ਬਸਤਰ ਨਹੀਂ ਧਾਰਨ ਕੀਤਾ। ਇੱਕ ਹੱਥ ਦੇ ਨਾਲ ਆਪਣੀ ਜ਼ੁਬਾਨ ਨੂੰ ਫੜਿਆ ਹੋਇਆ ਹੈ, ਦੂਸਰੇ ਹੱਥ ਦੇ ਨਾਲ ਆਪਣੇ ਜਿਹੜੇ ਹਨ ਉਹ ਇੰਦਰੀ ਨੂੰ ਪਕੜਿਆ ਹੋਇਆ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਲੇ ਪਾਸੇ ਨੂੰ ਵੱਧਦਾ ਆ ਰਿਹਾ। ਸਤਿਗੁਰੂ ਸਾਹਿਬ ਜੀ ਦੇ ਸਮਕਸ਼ ਆਇਆ। ਮਹਾਰਾਜ ਸਾਹਿਬ ਜੀ ਅਡੋਲ ਬੈਠੇ ਰਹੇ। ਸਤਿਗੁਰੂ ਨੂੰ ਕਹਿਣ ਲੱਗਾ, ਮਹਾਰਾਜ ਇਸ ਸਮੇਂ ਦੇ ਵਿੱਚ ਮੇਰੀ ਪ੍ਰਧਾਨਤਾ ਹੈ, ਪਰ ਤੁਸੀਂ ਕਲਯੁਗ ਦੇ ਸਮੇਂ ਦੇ ਅਵਤਾਰੀ ਪੁਰਖ ਹੋ, ਦੁਨੀਆ ਦਾ ਭਲਾ ਕਰਨ ਦੇ ਵਾਸਤੇ ਅਵਤਾਰ ਧਾਰਿਆ ਹੋਇਆ ਹੈ। ਕਿਰਪਾ ਕਰੋ ਮੇਰੀ ਕੋਈ ਨਾ ਕੋਈ ਜਿਹੜੀ ਭੇਟਾ ਹੈ ਉਸ ਨੂੰ ਕਬੂਲ ਕਰੋ ਤੇ ਆਪਣੇ ਚਰਨਾਂ ਦੇ ਵਿੱਚ ਮੈਨੂੰ ਜਗ੍ਹਾ ਬਖਸ਼ੋ। ਸਤਿਗੁਰੂ ਦੇ ਚਰਨ ਸਤ ਸੰਗਤ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਦੀ ਭੇਟਾ ਕਬੂਲ ਨਹੀਂ ਕੀਤੀ। ਉੱਥੇ ਅੱਜ ਵੀ ਉਵੇਂ ਇਤਿਹਾਸ ਲਿਖਿਆ ਹੋਇਆ ਹੈ ਉਸ ਸਥਾਨ। ਜਦੋਂ ਸੰਗਰੂਰ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਜਾਈਏ ਨਾ, ਨਾਭੇ ਵਾਲੇ ਪਾਸੇ ਨੂੰ, ਉੱਥੇ ਇਹ ਸਥਾਨ ਮੌਜੂਦ ਹੈ। ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ। ਸਤਿਗੁਰੂ ਜੀ ਕਹਿਣ ਲੱਗੇ, ਨਾ ਤਾਂ ਅਸੀਂ ਤੈਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਸਕਦੇ ਹਾਂ ਕਿਉਂਕਿ ਤੇਰਾ ਪ੍ਰਭਾਵ ਪਵੇਗਾ। ਸਤ ਸੰਗਤ ਹੁੰਦੇ ਹੋਈ ਤੇਰਾ ਪ੍ਰਭਾਵ ਪਿਆ ਤੇ ਫਿਰ ਇਕਾਗਰ ਚਿਤ ਹੋ ਕੇ ਸਾਡੀ ਸੰਗਤ ਨਹੀਂ ਬੈਠ ਸਕੇਗੀ। ਇਵੇਂ ਬੜੇ ਬਚਨ ਵਿਲਾਸ ਹੋਏ। ਅਖੀਰ ਨੂੰ ਕਿਹਾ, ਜੀ ਤੁਹਾਡੇ ਚਰਨਾਂ ਦੇ ਵਿੱਚ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਚੰਗਾ, ਫਿਰ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਜਿਆ ਕਰੇਗੀ ਨਾ, ਉਦੋਂ ਤੂੰ ਸਾਡੀ ਸੰਗਤ ਦੇ ਵਿੱਚ ਆ ਜਾ। ਤੁਸੀਂ ਕਿਤੇ ਵੀ ਵੇਖਿਓ, ਕਿਤੇ ਧਾਰਮਿਕ ਅਸਥਾਨਾਂ ਦੇ ਉੱਪਰ ਇਕੱਠ ਹੋਇਆ ਹੋਵੇ ਜਿਨ੍ਹਾਂ ਗੁਰਮੁਖਾਂ ਨੂੰ ਤੇ ਸੋਝੀ ਹੈ। ਨਾਲ ਸਤਿਗੁਰੂ ਨੇ ਇਹ ਵੀ ਬਚਨ ਕਿਹਾ ਸੀ ਵੀ ਜਿਹੜੇ ਗੁਰਮੁਖ ਗੁਰੂ ਦੀ ਭੈ ਭਾਵਨੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਗੇ, ਉਹ ਚਾਹੇ ਸੰਗਤ ਦੇ ਵਿੱਚ ਚਾਹੇ ਬਾਹਰ ਹੋਣਗੇ, ਉਹਨਾਂ ਦੇ ਉੱਪਰ ਤੇਰਾ ਪ੍ਰਭਾਵ ਨਹੀਂ ਪਵੇਗਾ। ਪਰ ਹਾਂ ਜਿਹੜੀ ਬਾਕੀ ਸੰਗਤ ਹੈ ਉਸ ਦੇ ਵਿੱਚ ਆਣ ਕੇ ਤੂੰ ਬਾਅਦ ਦੇ ਵਿੱਚ ਬੈਠ ਜਾਏਗਾ। ਆਪਾਂ ਦੇਖਦੇ ਆ ਨਾ ਕਿੰਨੀ ਸ਼ਾਂਤੀ ਦੇ ਨਾਲ ਕਥਾ ਕੀਰਤਨ ਹੁੰਦੀ। ਜਦੋਂ ਹੀ ਫਿਰ ਪ੍ਰਸ਼ਾਦ ਵਰਤ ਜਾਂਦਾ ਹੈ, ਉਸ ਤੋਂ ਬਾਅਦ ਫਿਰ ਕਿਸੇ ਨੂੰ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਕੇ ਇੱਕ ਦੂਜੇ ਦੀ ਨਿੰਦਿਆ ਚੁਗਲੀ ਸ਼ੁਰੂ। ਉਹ ਕਲਯੁਗ ਦਾ ਪ੍ਰਭਾਵ ਹੈ। ਉਸਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਕੋਲੋਂ ਬੇਨਤੀਆਂ ਕਰਕੇ ਆਪਣੀ ਜਗ੍ਹਾ ਲੈ ਲਈ ਹੈ। ਵਾਰ-ਵਾਰ ਕਈ ਵਾਰ ਤਾਂ ਸਟੇਜਾਂ ਤੇ ਕਹਿਣਾ ਪੈਂਦਾ, ਉਹ ਭਾਈ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠੇ ਹੋ, ਚੁੱਪ ਤੇ ਕਰ ਜਾਓ।
ਸਾਨੂੰ ਸਮਾਂ ਮਿਲਿਆ ਹੋਇਆ ਬੋਲਣ ਦਾ, ਸਾਨੂੰ ਗੁਰੂ ਕੀ ਬਚਨ ਜਿਹੜੀ ਕਥਾ ਵਿਚਾਰ ਹੈ ਉਹ ਕਰ ਲੈਣ ਦਿਓ, ਕਿਉਂਕਿ ਤੁਸੀਂ ਬੋਲੀ ਜਾਓਗੇ ਇਧਰੋਂ ਅਸੀਂ ਵਿਚਾਰਾ ਕਰੀ ਜਾਵਾਂਗੇ, ਨਾ ਤੁਹਾਡੇ ਪੱਲੇ ਪੈਣਾ ਨਾ ਸਾਡੇ। ਜਿਹੜੀ ਬਾਕੀ ਸੰਗਤ ਹੈ ਉਸ ਦੇ ਵੀ ਸੁਣਨਾ ਔਖਾ ਹੋ ਜਾਏਗਾ, ਉਹ ਵੀ ਇਕਾਗਰ ਚਿਤ ਹੋ ਕੇ ਨਹੀਂ ਬੈਠ ਸਕਦੀ। ਤਾਂ ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗਾ, ਉਹ ਕਲ ਤੋਂ ਹੈ ਕਲਯੁਗ ਤੇ ਇੰਨਾ ਭਿਆਨਕ ਰੂਪ ਕਿਉਂ ਬਣਾਇਆ, ਨਾਲੇ ਇੱਕ ਹੱਥ ਦੇ ਨਾਲ ਜ਼ੁਬਾਨ ਤੇ ਇੰਦਰੀ ਦੇ ਉੱਪਰ ਕਿਉਂ ਹੱਥ ਰੱਖਿਆ ਹੋਇਆ। ਤਾਂ ਉਸ ਵੇਲੇ ਭਾਈ ਮਰਦਾਨਾ ਜੀ ਨੂੰ ਇਹ ਬੋਲ ਕਲਯੁਗ ਨੇ ਕਹਿ ਕਿ ਗੁਰੂ ਨਾਨਕ ਦੇ ਸਿੱਖਾ, ਇਸ ਸਮੇਂ ਦੇ ਵਿੱਚ ਮੇਰਾ ਪ੍ਰਭਾਵ ਹੈ ਜਿਹੜਾ ਤੇ ਗੁਰੂ ਦੇ ਚਰਨੀ ਲੱਗਾ ਹੈ, ਉਹਦੇ ਉੱਪਰ ਤੇ ਮੇਰਾ ਪ੍ਰਭਾਵ ਨਹੀਂ ਪੈਂਦਾ, ਇਸ ਦੇ ਵਿੱਚ ਸ਼ੱਕ ਕੋਈ ਨਹੀਂ। ਪਰ ਜਿਹੜਾ ਦੂਸਰੇ ਲੋਕ ਹਨ, ਬਹੁਤਿਆਂ ਨੂੰ ਤੇ ਮੈਂ ਇੰਦਰੀਆਂ ਦੇ ਰਸਾਂ ਦੇ ਵਿੱਚ ਵਿਸ਼ੇ ਭੋਗਣ ਦੇ ਵਿੱਚ ਹੀ ਖਤਮ ਕਰ ਦਵਾਂਗਾ। ਜੇ ਕੋਈ ਬਚ ਜਾਣਗੇ ਨਾ ਉਸ ਦੇ ਵਿੱਚੋਂ, ਤੇ ਉਹਨਾਂ ਨੂੰ ਜ਼ੁਬਾਨ ਦੇ ਰਸ ਕਰਕੇ ਵੀ ਚੰਗੇ ਚੋਖੇ ਖਾਣ ਦੇ ਆਦੀ ਬਣ ਜਾਣਾ, ਸਰੀਰ ਨੂੰ ਆਦੀ ਬਣਾ ਲੈਣਾ। ਜਦੋਂ ਮਾੜਾ ਕਿਤੇ ਪ੍ਰਸ਼ਾਦਾ ਪਾਣੀ ਵੇਖਣਾ, ਫਿਰ ਅੱਧਾ ਕੀ ਛਕ ਕੇ ਫਤਿਹ ਕਰ ਦੇਣਾ ਵੀ ਚੰਗਾ ਨਹੀਂ ਹੈ, ਚੰਗਾ ਕਿਤੇ ਚੋਖਾ ਜਾ ਕੇ ਛਕਦੇ। ਕਹਿੰਦੇ ਜਿਹੜੇ ਤੇ ਗੁਰੂ ਦੀ ਮੱਤ ਦੇ ਮੁਤਾਬਕ ਸੰਪੂਰਨ ਜ਼ਿੰਦਗੀ ਬਤੀਤ ਕਰਨਗੇ, ਉਹਨਾਂ ਤੇ ਪ੍ਰਭਾਵ ਤੇ ਨਹੀਂ ਪਵੇਗਾ। ਪਰ ਬਹੁਤਾਤ ਇਸ ਸਮੇਂ ਦੇ ਜਿਹੜੇ ਲੋਕ ਹਨ, ਆਉਣ ਵਾਲੇ ਸਮੇਂ ਦੇ ਲੋਕ ਹਨ, ਉਹਨਾਂ ਬਹੁਤਿਆਂ ਨੂੰ ਮੈਂ ਵਿਸ਼ਿਆਂ ਦੇ ਵਿੱਚ ਲਾ ਕੇ ਤੇ ਆ ਖਾਣ ਪੀਣ ਦੇ ਚੱਕਰ ਦੇ ਵਿੱਚ ਪਾ ਕੇ ਸੰਸਾਰ ਚੋਂ ਖਤਮ ਕਰ ਦਵਾਂਗਾ। ਇਸ ਢੰਗ ਤਰੀਕੇ ਦੇ ਨਾਲ ਮੈਂ ਉਹਨਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ, ਆਪਣੇ ਕਬਜ਼ੇ ਦੇ ਵਿੱਚ, ਕਾਬੂ ਦੇ ਵਿੱਚ ਲੈ ਲਵਾਂਗਾ। ਵਾਕਿਆ ਗੁਰਸਿੱਖੋ, ਬਹੁਤਾਤ ਲੋਕ ਤਾਂ ਵਿਸ਼ਿਆਂ ਦੇ ਆਦੀ ਹਨ ਅਜੋਕੇ ਸਮੇਂ ਦੇ। ਇੱਥੋਂ ਤੱਕ ਆਪਣੇ ਆਪ ਨੂੰ ਧਾਰਮਿਕ ਲੋਕ ਸਦਵਾਉਂਦੇ ਹੋਏ, ਪਿੱਛੇ ਜੇ ਅਖਬਾਰ ਦੇ ਵਿੱਚ ਖਬਰ ਆਈ ਸੀ ਕਿ ਅਮਰੀਕਾ ਦੇ ਵਿੱਚ ਜਿਹੜੇ ਪਾਦਰੀ ਲੋਕ ਹਨ, ਉਹਨਾਂ ਨੇ ਪਤਾ ਨਹੀਂ ਕਿੰਨੇ ਕੁ ਮਾਸੂਮ ਬੱਚੇ ਉਹਨਾਂ ਦੇ ਨਾਲ ਜਬਰ ਜਨਾਹ ਕੀਤੇ। ਇੱਕ ਦੀ ਗੱਲ ਨਹੀਂ, ਆ ਰੋਜ਼ ਕੋਈ ਨਾ ਕੋਈ ਐਵੇਂ ਦੀ ਖਬਰ ਛਪੀ ਹੁੰਦੀ। ਜਿਹੜੇ ਧਾਰਮਿਕ ਲੋਕ ਹਨ, ਉਹ ਵੀ ਵਿਸ਼ਿਆਂ ਦੇ ਅਧੀਨ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ, ਤੇ ਜਿਹੜੇ ਬਚੇ ਖੁਸ਼ੇ ਹਨ, ਉਹ ਰਸਾਂ ਦੇ ਵਿੱਚ ਲੱਗ ਕਰਕੇ, ਖਾਣ ਪੀਣ ਦੇ ਚੱਕਰਾਂ ਦੇ ਵਿੱਚ ਪੈ ਕੇ ਆਪਣਾ ਜਿਹੜਾ ਜੀਵਨ ਹੈ, ਜੀਵਨ ਦੀ ਲੀਲਾ ਹੈ, ਉਸ ਨੂੰ ਸਮਾਪਤ ਕਰੀ ਜਾ ਰਹੇ ਹਨ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕਲਯੁਗ ਨੂੰ ਮੁਖਾਤਬ ਹੋ ਕਰਕੇ ਇਹ ਜੋ ਪਾਵਨ ਪਵਿੱਤਰ ਸ਼ਬਦ ਹੈ, ਆਪਣੀ ਮੁਬਾਰਕ ਰਸਨਾ ਦੇ ਦੁਆਰਾ ਉਚਾਰਨ ਕੀਤਾ। ਆਓ ਪਾਵਨ ਗੁਰੂ ਕੀ ਬਾਣੀ ਦੀ ਵਿਚਾਰ ਸਰਵਣ ਕਰੀਏ ਜੀ। ਮੋਤੀ ਤਾ ਮੰਦਰ ਊਸਰਹਿ, ਰਤਨੀ ਤਾ ਹੋਏ ਜੜਾਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਇਹ ਕਲਯੁਗ ਮੋਤੀ ਤਾਂ ਮੰਦਰ ਉਸਰੇ, ਉਹ ਮੰਦਰ ਜਿਹੜੇ ਮੋਤੀਆਂ ਦੇ ਉਸਰੇ ਹੋਣ, ਤੇ ਉਹ ਮੰਦਰਾਂ ਦੇ ਵਿੱਚ ਜਿਹੜੇ ਮੋਤੀਆਂ ਦੇ ਉਸਾਰੇ ਹੋਣ, ਉਹਨਾਂ ਦੇ ਉੱਪਰ ਰਤਨਾਂ ਦੀ ਜਿਹੜੀ ਜਰਤਕਾਰੀ ਕੀਤੀ ਹੋਵੇ। ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ। ਫਿਰ ਉਸਾਰੇ ਹੋਏ ਜਿਵੇਂ ਮੰਦਰ ਹਨ, ਉਹਨਾਂ ਨੂੰ ਆਪਾਂ ਪਲਸਤਰ ਕਰਦੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਉਹ ਕਸਤੂਰੀ ਦੇ ਨਾਲ, ਕੁੰਗੂ ਕੇਸਰ ਦੇ ਨਾਲ। ਅਗਰ ਚੰਦਨ ਦਾ ਅਰਥ, ਜਿਹੜੇ ਕਈ ਟੀਕਾਕਾਰ ਹਨ, ਉਹਨਾਂ ਨੇ 52 ਚੰਦਨ ਕੀਤੇ, ਕਿਉਂਕਿ ਉਸ ਦੇ ਵਿੱਚ ਸੁਗੰਧੀ ਬੜੀ ਹੁੰਦੀ। ਪਰ ਜਿਹੜੇ ਸੰਪਰਦਾਈ ਮਹਾਂਪੁਰਖ ਹਨ, ਉਹਨਾਂ ਨੇ ਇਹ ਅਰਥ ਕੀਤਾ, ਜਿਹੜਾ ਚੰਦਨ ਸ਼ਬਦ ਹੈ, ਇਸ ਦਾ ਅਰਥ ਕੀਤਾ ਹੈ 52 ਚੰਦਨ, ਉਸ ਦਾ ਜਿਹੜਾ ਅਰਕ ਲੈ ਕੇ, ਤੇ ਜਾਂ ਐਵੇਂ ਕਹਿ ਲਈਏ ਵੀ ਚੰਦਨ ਲੈ ਕੇ ਤੇ ਜਿਹੜਾ ਅਗਰ ਹੈ, ਸੰਦਲੇ ਦੇ ਆਦਿਕ ਅਨੇਕਾਂ ਦਰਖਤ ਐਸੇ ਹਨ ਜਿਨ੍ਹਾਂ ਦੀਆਂ ਗੰਢਾਂ ਦੇ ਵਿੱਚ ਤੇਲ ਹੁੰਦਾ ਹੈ, ਤੇ ਉਹ ਤੇਲ ਦੇ ਵਿੱਚ ਸੁਗੰਧੀ ਹੁੰਦੀ ਹੈ।
ਉਹਨਾਂ ਦੇ ਵਿੱਚ ਕਿਉਂਕਿ ਦੋ ਚੀਜ਼ਾਂ ਜਿਵੇਂ ਪਾਣੀ ਤੇ ਸੀਮੈਂਟ ਰੇਤਾ ਉਹਨੂੰ ਮਿਕਸ ਕਰਕੇ ਫਿਰ ਆਪਾਂ ਪਲਸਤਰ ਕਰਦੇ, ਉਹ ਤੇਲ ਲੈ ਕੇ ਸੁਗੰਧੀ ਦਾ ਚੰਦਨ ਕਪੂਰ ਇਤਿਆਦਿਕ ਕੇਸਰ ਲੈ ਕਰਕੇ ਇਹਨਾਂ ਦੇ ਨਾਲ ਲੀਪ ਕੀਤਾ ਜਾਵੇ, ਇਹਨਾਂ ਦੇ ਨਾਲ ਜਿਹੜਾ ਪਲਸਤਰ ਕੀਤਾ ਜਾਵੇ। ਇਹ ਜਿਹੜੀਆਂ ਚੀਜ਼ਾਂ ਹਨ, ਜਿਹੜੀਆਂ ਉਸਾਰੀਆਂ ਹੋਈਆਂ ਮੋਤੀਆਂ ਦੀਆਂ ਕੰਧਾਂ ਹਨ, ਜਿਨ੍ਹਾਂ ਦੇ ਵਿੱਚ ਰਤਨਾਂ ਦੀ ਜੜਤਕਾਰੀ ਕੀਤੀ ਹੋਈ ਹੈ, ਉਹਨਾਂ ਦੇ ਉੱਪਰ ਇਹਨਾਂ ਨੂੰ ਲਿਪ ਦਿੱਤਾ ਜਾਵੇ ਤੇ ਕੀ ਹੋਵੇ, ਆਵੇ ਚਾਓ। ਜਿਹੜਾ ਵੀ ਉਸ ਨੂੰ ਵੇਖਣ ਦੇ ਵਾਸਤੇ ਆਵੇ, ਉਸ ਦੇ ਹਿਰਦੇ ਦੇ ਵਿੱਚ ਬੜਾ ਚਾਅ ਹੋਵੇ, ਬੜੀ ਜ਼ਿਆਦੀ ਖੁਸ਼ੀ ਆਉਣਾ ਕਰੇ। ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਇਹ ਨਾ ਕੁਛ ਵੀ ਹੋਵੇ, ਇਹ ਕਲਯੁਗ ਕੀ ਕਰਨਾ ਹੈ। ਜੇ ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਇਹ ਸਾਰਾ ਕੁਝ ਦੇਖ ਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ, ਮਤਾ ਜਿਹੜਾ ਹੈ ਵਾਹਿਗੁਰੂ ਪ੍ਰਮਾਤਮਾ ਤੇਰਾ ਨਾਮ ਸਾਨੂੰ ਭੁੱਲ ਜਾਵੇ। ਐਸਾ ਨਾ ਹੋਵੇ ਕਿ ਮੰਦਰਾਂ ਨੂੰ ਦੇਖ ਕੇ ਉਹਨਾਂ ਦੇ ਵਿੱਚ ਸੋਹਣੀ ਚਿੱਤਰਕਾਰੀ ਮੀਨਾਕਾਰੀ ਕੀਤੀ ਹੈ, ਉਸ ਨੂੰ ਹੀ ਦੇਖ ਕੇ ਉਸ ਦੇ ਵਿੱਚ ਹੀ ਜੀਵਨ ਫਸਿਆ ਰਹੇ। हे ਵਾਹਿਗੁਰੂ ਪ੍ਰਮਾਤਮਾ, ਜਿਹੜਾ ਤੇਰਾ ਚਿੱਤ ਹੈ ਉਹ ਮਤ ਦੇ ਵਿੱਚੋਂ ਵਿਸਰੀ ਜਾਵੇ, ਭੁੱਲੀ ਜਾਵੇ। ਮਤ ਦਾ ਅਰਥ ਮਤਾ ਵੀ ਹੈ ਵੀ ਮਤਾ ਐਸਾ ਨਾ ਹੋਵੇ ਕਿ ਇਹਨਾਂ ਚੀਜ਼ਾਂ ਨੂੰ, ਇੰਨੇ ਸੋਹਣੇ ਮੰਦਰਾਂ ਨੂੰ ਵੇਖ ਕੇ हे ਵਾਹਿਗੁਰੂ ਪ੍ਰਮਾਤਮਾ ਤੇਰਾ ਨਾਮ ਹੀ ਜੀਵਨ ਦੇ ਵਿੱਚੋਂ ਵਿਸਰ ਜਾਵੇ। ਇਹ ਹੈ ਸਤਿਗੁਰੂ ਸਾਹਿਬ ਜੀ ਨੇ ਉਸ ਕਲਯੁਗ ਦੇ ਪ੍ਰਥਾਏ ਇਵੇਂ ਸਾਰੇ ਸ਼ਬਦ ਦੇ ਅਰਥ। ਦੂਸਰੇ ਅਰਥ ਸੰਪਰਦਾਈ ਮਹਾਂਪੁਰਖ ਇਹ ਵੀ ਕਰਦੇ ਹਨ ਕਿ ਸਤਿਗੁਰੂ ਜੀ ਨੇ ਕਿਰਪਾ ਕਰਕੇ ਗੁਰੂ ਕੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ ਕਿ ਗੁਰਸਿੱਖੋ, ਇੰਨੇ ਸੋਹਣੇ ਘਰਾਂ ਦੇ ਵਿੱਚ ਤੁਸੀਂ ਵਸਦੇ ਵੀ ਹੋ, ਪਰ ਪ੍ਰਮਾਤਮਾ ਨਾ ਜੀਵਨ ਦੇ ਵਿੱਚੋਂ ਵਿਸਾਰਦੇ। ਕਿਉਂ? ਅੰਤ ਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਔਤਰੇ। ਜੇ ਤੁਹਾਡੀ ਬਿਰਤੀ ਇਹੋ ਜਿਹੇ ਮੰਦਰਾਂ ਘਰਾਂ ਦੇ ਵਿੱਚ ਹੀ ਰਹੀ ਤੇ ਫਿਰ ਮਰ ਕੇ ਤੁਸੀਂ ਪ੍ਰੇਤ ਦੀ ਜੂਨ ਪਾਓ। ਹੁਣ ਦਾਨੇ ਦੱਸਦੇ ਹਨ ਕਿ ਸੂਏ ਦੇ ਨੱਕੀ ਜਿੰਨਾ ਮੂੰਹ ਹੈ, ਸੂਈ ਦਾ ਨੱਕਾ ਹੁੰਦਾ ਹੈ ਨਾ, ਇੰਨਾ ਕੁ ਪ੍ਰੇਤ ਦਾ ਮੂੰਹ ਹੁੰਦਾ। ਤੇ ਕਈ ਮਨ ਉਸ ਦੀ ਖੂਨ ਖੁਰਾਕ ਹੁੰਦੀ ਹੈ। ਮੰਨ ਲਓ ਇੱਕ ਮਾਣੀ ਸੂਈ ਦੇ ਨੱਕੇ ਦੇ ਮੂੰਹ ਜੇ ਵਿੱਚ ਦੀ ਕੱਢਣਾ ਹੋਵੇ ਤੇ ਕਿੰਨਾ ਔਖਾ ਹੈ। ਇਵੇਂ ਭੁੱਖ ਦੇ ਨਾਲ ਤੜਫ ਤੜਫ ਕੇ ਉਹ ਮਰਦਾ ਹੈ। ਜਿੰਨੀ ਜ਼ਿੰਦਗੀ ਜਿਉਂਦਾ ਹੈ ਨਾ, ਭੁੱਖ ਦੇ ਨਾਲ ਤੜਫ ਤੜਫ ਕੇ ਜਿਉਂਦਾ ਹੈ, ਭਾਵੇਂ ਸਾਰਾ ਦਿਨ ਹੀ ਉਹ ਖੂਨ ਪੀ ਜਾਂਦਾ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਮਤਾ ਦੇਖ ਕੇ ਇਹ ਵਾਹਿਗੁਰੂ ਪ੍ਰਮਾਤਮਾ ਭੁੱਲ ਜਾਈਏ ਤੈਨੂੰ, ਤੂੰ ਜੀਵਨ ਦੇ ਵਿੱਚੋਂ ਵਿਸਰੀ ਜਾਵੇਂ, ਤੇਰਾ ਚਿੱਤ ਨਾ ਆਵੇ ਨਾਓ, ਤੇਰਾ ਕਿਤੇ ਨਾ ਸਾਡੇ ਚਿੱਤ ਦੇ ਵਿੱਚ ਵੀ ਨਾ ਆਵੇ, ਐਸਾ ਨਾ ਹੋਣਾ ਕਰੇ। ਹਰ ਬਿਨ ਜੀਓ ਜਲ ਬਲ ਜਾਓ, ਹਾਂਜੀ। ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਓ। ਕਿਉਂ ਮਹਾਰਾਜ ਤਾਂ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਵਾਹਿਗੁਰੂ ਪ੍ਰਮਾਤਮਾ ਤੋਂ ਬਗੈਰ ਇਹ ਜਿਹੜਾ ਸਰੀਰ ਹੈ ਨਾ, ਜਲ ਬਲ ਜਾਓ। ਜਲ ਦਾ ਅਰਥ ਹੁੰਦਾ ਹੈ ਸੜਨਾ, ਸੜ ਕੇ ਸਵਾਹ ਹੋ ਜਾਵੇ। ਕਿਵੇਂ? ਵਿਕਾਰਾਂ ਦੇ ਵਿੱਚ, ਨਸ਼ਿਆਂ ਦੇ ਵਿੱਚ, ਵਿਸ਼ਿਆਂ ਦੇ ਵਿੱਚ ਸੜਦਾ ਹੀ ਰਹਿੰਦਾ ਹੈ। ਰੱਬ ਤੇ ਨਾਮ ਤੋਂ ਬਗੈਰ ਮਨੁੱਖ ਚਿੰਤਾ ਦੇ ਵਿੱਚ ਸੜਦਾ ਰਹਿੰਦਾ ਹੈ, ਝੋਰਿਆਂ ਫਿਕਰਿਆਂ ਦੇ ਵਿੱਚ ਸੜਦਾ ਰਹਿੰਦਾ ਹੈ। ਐਵੇਂ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਜਲ ਬਲ ਜਾਓ। ਇਹ ਸਰੀਰ ਜਲ ਬਲ ਜਾਓ ਜਾਂਦਾ। ਮੈਂ ਆਪਣਾ ਗੁਰਪੂਛ ਦੇਖਿਆ। ਅਸੀਂ ਆਪਣਾ ਗੁਰੂ ਜਿਹੜਾ ਹੈ ਸਤਿਗੁਰੂ ਨੂੰ ਪੁੱਛ ਕੇ ਦੇਖਿਆ ਹੈ ਵੀ ਰੱਬ ਤੋਂ ਬਗੈਰ ਪ੍ਰਮਾਤਮਾ ਦੇ ਨਾਮ ਤੋਂ ਬਗੈਰ
ਹੋਰ ਦੂਜੀ ਸੰਸਾਰ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਹੈ ਜਿੱਥੋਂ ਜੀਵਨ ਦਾ ਭਲਾ ਹੋ ਸਕੇ। ਰਹਾਉ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਧਰਤੀ ਤਾ ਹੀਰੇ ਲਾਲ ਜੜਤੀ ਪਲਗ ਲਾਲ ਜੜਾਓ। ਖਾਲਸਾ ਕਹਿਣ ਲੱਗਾ ਮਹਾਰਾਜ ਭੇਟਾ ਤੇ ਕਬੂਲ ਕਰੋ, ਜੇ ਸੋਹਣਾ ਮੰਦਰ ਨਹੀਂ ਲੈਣਾ ਧਰਤੀ ਲੈ ਲਓ ਮੇਰੇ ਕੋਲ। ਧਰਤੀ ਦੇ ਉੱਪਰ ਸੋਹਣਾ ਤੁਹਾਡਾ ਆਸਣ ਲਾ ਦਿੰਦੇ ਆ, ਉਸ ਦੇ ਉੱਪਰ ਤੁਸੀਂ ਬੈਠੋ। ਤਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਧਰਤੀ ਤਾਂ ਹੀਰੇ ਲਾਲ ਜੜਤੀ। ਉਹ ਧਰਤੀ ਜਿਹੜੀ ਹੀਰੇ ਲਾਲਾਂ ਦੇ ਨਾਲ ਜੜੀ ਹੋਵੇ, ਉਹ ਪਲੰਗ ਜਿਨ੍ਹਾਂ ਦੇ ਵਿੱਚ ਜਿਹੜੀ ਲਾਲਾਂ ਦੀ ਜੜਤਕਾਰੀ ਕੀਤੀ ਹੋਵੇ। ਮੋਹਣੀ ਮੁਖ ਮਣੀ ਸੋ ਹੈ ਕਰੇ ਰੰਗ ਪਸਾਓ। ਇੰਨੇ ਸੋਹਣੇ ਸਵਰੂਪ ਵਾਲੀਆਂ ਘਰ ਦੇ ਵਿੱਚ ਇਸਤਰੀਆਂ ਨੌਕਰਾਣੀਆਂ ਜਾਂ ਸੇਵਕ ਦਾਸੀਆਂ ਹੋਣ, ਜਿਨ੍ਹਾਂ ਦਾ ਸੋਹਣਾ ਰੂਪ ਚੰਦਰਮਣੀ ਦੀ ਨਿਆਈ ਹੋਵੇ, ਐਨ ਚਮਕ ਦਮਕ ਵਾਲਾ ਹੋਵੇ ਤੇ ਕਰੇ ਰੰਗ ਪਸਾਓ। ਬਹੁਤ ਜ਼ਿਆਦਾ ਹਿਰਦੇ ਦੇ ਵਿੱਚ ਜੇ ਘਰ ਵਾਲੀ ਹੈ ਉਹ ਵੀ ਪ੍ਰੇਮ ਕਰੇ, ਸੇਵਕ ਮਾਲਕ ਜਾਣ ਕੇ ਉਹ ਵੀ ਪ੍ਰੇਮ ਕਰਨ ਬੜੇ ਪ੍ਰੇਮ ਦੇ ਨਾਲ। ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ। ਇਹ ਵਾਹਿਗੁਰੂ ਪ੍ਰਮਾਤਮਾ ਇਹੋ ਜਿਹਾ ਪਸਾਓ ਪਸਾਰਾ ਹੋਵੇ, ਪਰ ਮਤਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਤੈਨੂੰ ਭੁੱਲ ਹੀ ਜਾਵਾਂ, ਇਹਨਾਂ ਭੁੱਲ ਜਾਵਾਂ ਕਿ ਚਿੱਤ ਦੇ ਵਿੱਚੋਂ ਤੂੰ ਵਿਸਰੀ ਜਾਵੇਂ। ਐਸਾ ਨਾ ਹੋਵੇ, ਇਹਨਾਂ ਵਿਸਰੇ ਕਿ ਮੇਰੇ ਚਿੱਤ ਚੇਤੇ ਦੇ ਵਿੱਚ ਤੇਰਾ ਨਾਮ ਹੀ ਨਾ ਆਵੇ। ਸਿੱਧ ਹੋਵਾ ਸਿੱਧ ਲਾਈ ਰਿਦ ਆਖਾ ਆਓ। ਫਿਰ ਕਿਹਾ ਮਹਾਰਾਜ ਹੋਰ ਕੋਈ ਭੇਟਾ ਕਬੂਲ ਕਰ ਲੋ, ਸਾਰਾ ਕੁਝ ਮੇਰੇ ਅਧੀਨ ਹੈ। ਰਿਧੀਆਂ ਸਿੱਧੀਆਂ ਨਿਧੀਆਂ ਵੈਸੇ ਤੇ ਤੁਸੀਂ ਮਾਲਕ ਹੋ, ਪਰ ਜੇ ਚਾਹੀਦੀਆਂ ਹਨ ਮੇਰੇ ਭੇਟਾ ਵਜੋਂ ਹੀ ਪ੍ਰਾਪਤ ਕਰ। ਹਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਧ ਹੋਵਾ ਸਿੱਧ ਲਾਈ। ਸਿੱਧ ਹੋ ਕੇ ਵੀ ਜਿਹੜੀਆਂ ਸਿੱਧ ਹੋਵਾ ਸਿੱਧ ਲਾਈ, ਸਿੱਧੀਆਂ ਨੂੰ ਲਾਈ ਸਿੱਧ ਪ੍ਰਾਪਤੀ ਕਰ ਲਵਾਂ। ਤੇ ਰਿੱਧ ਆਖਾ ਆਓ, ਰਿਧੀਆਂ ਦੇ ਮੁਤਾਬਕ ਜਿਹੜੀ ਚੀਜ਼ ਆਖਾਂ ਉਹ ਹੀ ਮੇਰੇ ਪਾਸ ਆ ਜਾਣਾ ਕਰੇ। ਗੁਪਤ ਪ੍ਰਗਟ ਹੋਏ ਬੈਸਾ ਲੋਕ ਰੱਖੈ ਭਾਉ। ਲੋਕ ਮੇਰਾ ਖੌਫ ਰੱਖਣ ਤੇ ਸਿੱਧੀਆਂ ਦੇ ਬਲ ਦੇ ਨਾਲ ਜਦੋਂ ਮੇਰਾ ਜੀ ਕਰੇ ਉਦੋਂ ਮੈਂ ਉਹਨਾਂ ਸਾਹਮਣੇ ਪ੍ਰਗਟ ਹੋ ਜਾਵਾਂ। ਜਦੋਂ ਮੇਰਾ ਜੀ ਕਰੇ ਉਸੇ ਵੇਲੇ ਮੈਂ ਉਹਨਾਂ ਦੇ ਸਾਹਮਣੇ ਗੁਪਤ ਹੋ ਜਾਵਾਂ, ਹੋਰ ਕੋਈ ਰੂਪ ਧਾਰਨ ਕਰ ਲਵਾਂ। ਐਵੇਂ ਲੋਕ ਮੇਰੇ ਕੋਲੋਂ ਡਰਨ ਵੀ ਇਹਦੇ ਕੋਲ ਤੇ ਬੜੀਆਂ ਸ਼ਕਤੀਆਂ, ਜਦੋਂ ਮਰਜੀ ਇਹ ਗੁਪਤ ਹੋ ਜਾਂਦਾ, ਜਦੋਂ ਮਰਜੀ ਇਹ ਪ੍ਰਗਟ ਹੋ ਜਾਂਦਾ। ਇਹ ਸਾਰਾ ਸਿੱਧੀਆਂ ਦਾ ਬਲ ਹੈ। ਐਵੇਂ ਲੋਕ ਮੇਰਾ ਭਾਉ, ਲੋਕ ਮੇਰੇ ਕੋਲੋਂ ਡਰ ਰੱਖਣ, ਜਾਂ ਡਰ ਦੇ ਕਾਰਨ ਜਿਹੜੇ ਲੋਕ ਹਨ ਉਹ ਮੇਰੇ ਨਾਲ ਪ੍ਰੇਮ ਕਰਨ ਵੀ ਬੜਾ ਇਹ ਸਿੱਧ ਪੁਰਖ ਹੈ। ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ। ਇਹ ਵਾਹਿਗੁਰੂ ਪ੍ਰਮਾਤਮਾ ਮਤਾ ਐਸਾ ਹੋਵੇ ਕਿ ਇਹਨਾਂ ਚੀਜ਼ਾਂ ਨੂੰ ਦੇਖ ਕੇ ਤੈਨੂੰ ਭੁੱਲ ਹੀ ਜਾਵਾਂ, ਇਹਨਾਂ ਭੁੱਲਾਂ ਕਿ ਮੇਰੇ ਚਿੱਤ ਚੇਤੇ ਦੇ ਵਿੱਚੋਂ ਵਿਸਰੀ ਜਾਵੇਂ। ਇਹਨਾਂ ਵਿਸਰੇ ਕਿ ਤੇਰਾ ਚੇਤਾ ਵੀ ਕਦੀ ਨਾ ਆਵੇ, ਤੇਰਾ ਨਾਮ ਵੀ ਮੇਰੇ ਚਿੱਤ ਦੇ ਵਿੱਚ ਕਦੀ ਚੇਤੇ ਹੀ ਨਾ ਆਵੇ। ਐਸਾ ਨਾ ਹੋਣਾ ਕਰੇ। ਸੁਲਤਾਨ ਹੋਵਾ ਮੇਲ ਲਸਕਰ ਤਖਤ ਰਾਖਾ ਪਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਕਿਹਾ ਕਿ ਕਿਸੇ ਦੇਸ਼ ਦਾ ਰਾਜ ਚਾਹੀਦਾ, ਰਾਜ ਲੈ ਲਓ ਭੇਟਾ ਵਜੋਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ ਕਲਯੁਗ ਸੁਲਤਾਨ ਹੋਵਾ ਮੇਲ ਲਸ਼ਕਰ, ਮੈਂ ਸੁਲਤਾਨ ਰਾਜਾ ਵੀ ਬਣ ਜਾਵਾਂ, ਲਸ਼ਕਰ ਵੀ ਮੇਲ ਲਵਾਂ, ਭਾਵ ਬਹੁਤ ਵੱਡਾ ਜਿਹੜਾ ਲਸ਼ਕਰ ਹੈ ਉਸ ਨੂੰ ਇਕੱਤਰ ਵੀ ਕਰ ਲਵਾਂ, ਤੇ ਤਖਤ ਦੇ ਉੱਪਰ ਆਪਣਾ ਜਿਹੜਾ ਪੈਰ ਹੈ ਉਸ ਨੂੰ ਜਮਾ ਲਵਾਂ। ਇਤੋਂ ਤੱਕ ਜਿਹੜੇ ਪਾਸੇ ਤੁਰਾਂ ਲਸ਼ਕਰ ਦੇ ਆਸਰੇ, ਕਿਉਂਕਿ ਜਿਆਦੀਆਂ ਫੌਜਾਂ ਹੋਣਗੀਆਂ ਅਣ ਨਹੀਂ ਅੱਗੇ ਕਿਸੇ ਨਹੀਂ,
ਜਿਹਦੇ ਕੋ ਰਾਜੇ ਕੋਲ ਬਾਹੂਬਲ ਤਕੜਾ ਹੋਵੇ, ਫੌਜਾਂ ਤਕੜੀਆਂ ਹੋਣ, ਫਿਰ ਸ਼ਸਤਰ ਵਧੀਆ ਹੋਣ, ਫਿਰ ਰਾਜੇ ਦੇ ਕੋਲ ਵੀ ਜਿਹੜੀ ਹੋਰ ਮਾਲੀ ਮਦਦ ਵੀ ਹੋਵੇ, ਪੈਸਾ ਧਨ ਵੀ ਹੋਵੇ, ਉਹ ਜਿੱਥੇ ਮਰਜ਼ੀ ਜਾ ਕੇ ਰਾਜ ਕਰ ਲਵੇ। ਕਹਿੰਦੇ ਐਵੇਂ ਉਹਨਾਂ ਫੌਜਾਂ ਦੇ ਆਸਰੇ ਲਸ਼ਕਰਾਂ ਨੂੰ ਮੇਲ ਕੇ ਇਕੱਤਰ ਕਰਕੇ ਪਾਉ ਤਖਤ ਦੇ ਉੱਪਰ ਵੀ ਰੱਖ ਲਵਾਂ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਜਿੰਨੇ ਵੀ ਮੇਰੇ ਲੋਕ ਹਨ ਉਹ ਹੁਕਮ ਹਾਸਲ ਕਰੀ ਬੈਠੇ, ਭਾਵ ਜਿਵੇਂ ਮੈਂ ਕਵਾਂ ਉਸ ਹੁਕਮ ਦੇ ਮੁਤਾਬਕ ਉਹ ਜਿਹੜੇ ਲੋਕ ਹਨ ਮੇਰਾ ਹੁਕਮ ਹਾਸਲ ਕਰਕੇ ਇਸ ਸੰਸਾਰ ਦੇ ਵਿੱਚ ਤੁਰਨ। ਤੇ ਮੈਂ ਕਰੀ ਬੈਠਾ ਹੁਕਮ ਉਸ ਤਖਤ ਦੇ ਉੱਪਰ ਬੈਠਾ ਕਰੀ ਜਾਵਾਂ, ਤੇ ਜਿਹੜੇ ਲੋਕ ਹਨ ਉਹ ਮੇਰੇ ਹੁਕਮ ਨੂੰ ਹਾਸਲ ਕਰ। ਜਿਵੇਂ ਮੈਂ ਕਵਾਂ ਤਖਤ ਦੇ ਉੱਪਰ ਬੈਠਾ ਉਵੇਂ ਉਹ ਸਾਰੇ ਲੋਕ ਕਰਨ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕਾ ਸਭ ਵਾਓ। ਇਹ ਵੀ ਸਾਰਾ ਕੁਝ ਹਵਾ ਦੀ ਨਿਆਈ ਹੈ, ਹਵਾ ਦੇ ਬੁੱਲੇ ਦੀ ਨਿਆਈ ਹੈ। ਇਹ ਕਿਵੇਂ? ਤਾਂ ਭਰਤਰੀ ਜੀ ਨੇ ਆਪਣੇ ਗ੍ਰੰਥ ਦੇ ਵਿੱਚ ਬਚਨ ਲਿਖਿਆ ਹੈ ਵੈਰਾਗ ਸ਼ਤਕ ਦੇ ਵਿੱਚ ਕਿ ਚਗਲ ਸਗਲ ਭੂਪਾਨ ਕੀ। ਇਹ ਜਿਹੜੀ ਧਰਤੀ ਹੈ ਨਾ, ਜਿਵੇਂ ਹਵਾ ਦਾ ਬੁੱਲਾ ਆਉਂਦਾ ਹੈ ਤੇ ਮਿੱਟੀ ਉੱਡ ਕੇ ਦੂਸਰੇ ਪਾਸੇ ਚਲੇ ਜਾਂਦੀ ਹੈ, ਐਵੇਂ ਇਹ ਜਿਹੜੀ ਧਰਤੀ ਹੈ ਇਹ ਵੀ ਇਸ ਸੰਸਾਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਰਾਜੇ ਮਹਾਰਾਜੇ ਹੋਏ, ਉਹਨਾਂ ਨੇ ਕੁਰਲੀਆਂ ਕਰਕੇ ਸੁੱਟੀ ਹੋਈ ਹੈ। ਉਹਨਾਂ ਦੀ ਝੂਠ ਹੈ। ਇੱਕ ਰਾਜੇ ਨੇ ਰਾਜ ਭੋਗਿਆ, ਦੂਸਰਾ ਬੈਠ ਗਿਆ। ਜਿਵੇਂ ਭਗਤ ਫਰੀਦ ਜੀ ਨੇ ਬਚਨ ਕਿਹਾ ਨਾ ਕਿ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ, ਇਸ ਤਖਤ ਦੇ ਵਾਰਸ ਪਤਾ ਨਹੀਂ ਕਿੰਨੇ ਕੁ ਬਣੇ। ਤੇ ਜਿਵੇਂ ਹਵਾ ਦਾ ਬੁੱਲਾ ਆਉਂਦਾ ਹੈ ਉਹ ਮਿੱਟੀ ਖੇ ਉੱਡ ਕੇ ਦੂਸਰੇ ਪਾਸੇ ਚਲੀ ਜਾਂਦੀ ਹੈ, ਜਿਹੜੇ ਮਗਰੋਂ ਲੈ ਕੇ ਆਉਂਦੇ ਉੱਥੇ। ਇਵੇਂ ਸਮੇਂ ਦੇ ਮੁਤਾਬਕ ਜਿਹੜੇ ਤਖਤੀ ਰਾਜੇ ਹਨ ਉਹ ਬਦਲਦੇ ਰਹਿੰਦੇ ਹਨ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਤੇ ਸਾਰਾ ਹਵਾ ਦੇ ਬੁੱਲੇ ਦੀ ਨਿਆਈ ਹੈ ਕਿ ਜਿੱਧਰੋਂ ਪਾਸੇ ਨੂੰ ਭਾਰਾ ਆ ਗਿਆ ਦੂਸਰੇ ਪਾਸੇ ਨੂੰ ਉਡਾ ਕੇ ਲੈ ਜਾਏ। ਬੇਸ਼ੱਕ ਮੇਰਾ ਹੁਕਮ ਮੈਂ ਬੈਠਾ ਤਖਤ ਦੇ ਉੱਪਰ ਹੁਕਮ ਕਰੀ ਜਾਵਾਂ, ਤੇ ਮੇਰਾ ਹੁਕਮ ਜਿਹੜਾ ਹੈ ਉਹ ਹਾਸਲ ਕਰਨ, ਭਾਵ ਹੁਕਮ ਪ੍ਰਾਪਤ ਕਰਕੇ ਜਿਹੜੇ ਪ੍ਰਜਾ ਦੇ ਲੋਕ ਹਨ ਜਦੋਂ ਰਾਜਾ ਹੋਇਆ ਉਦੋਂ ਉਸ ਦੇ ਮੁਤਾਬਕ ਚੱਲਣ। ਇਹ ਸਾਰਾ ਕੁਝ ਹਵਾ ਦੀ ਨਿਆਈ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕਾ ਸਭ ਵਾਓ। ਇਹ ਹਵਾ ਦੇ ਬੁੱਲੇ ਨਿਆਈ ਹੈ। ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਮਤਾ ਹੈ ਵਾਹਿਗੁਰੂ ਪ੍ਰਮਾਤਮਾ ਇਹ ਸਾਰਾ ਕੁਝ ਦੇਖ ਕੇ ਤੈਨੂੰ ਭੁੱਲ ਜਾਵਾਂ। ਇਹਨਾਂ ਭੁੱਲਾਂ ਕਿ ਤੂੰ ਚਿੱਤ ਦੇ ਵਿੱਚੋਂ ਵਿਸਰੀ ਜਾਵੇਂ। ਇਹਨਾਂ ਵਿਸਰੇ ਕਿ ਤੇਰਾ ਚਿੱਤ ਨਾ ਆਵੇ ਨਾਉ। ਜਿਹੜਾ ਤੇਰਾ ਨਾਂ ਹੈ ਉਹ ਸਾਡੇ ਕਦੀ ਚਿੱਤ ਦੇ ਵਿੱਚ ਵੀ ਨਾ ਆਵੇ, ਕਿ ਤੈਨੂੰ ਕਿਤੇ ਯਾਦ ਹੀ ਨਾ ਕਰੀਏ ਚਿੱਤ ਦੇ ਦੁਆਰਾ। ਐਸਾ ਨਾ ਕਿਤੇ ਵੀ। ਐਵੇਂ ਮਹਾਂਪੁਰਖਾਂ ਨੇ ਇਹ ਪਹਿਲੇ ਅਰਥ ਇਵੇਂ ਕੀਤੇ ਕਲਯੁਗ ਨੂੰ ਮੁਖਾਤਬ ਹੋ ਕੇ। ਦੂਸਰਾ ਜੋ ਅੰਤਰੀਵ ਅਰਥ ਉਸ ਦਾ ਗੁਰੂ ਕੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ, ਤੇ ਨਾਲ ਜਿਹੜੇ ਅੰਤਰੀਵ ਆਤਮ ਬੋਧ ਦੇ ਦੁਆਰਾ ਸਤਿਗੁਰੂ ਦੇ ਪੂਰਨ ਗੁਰਸਿੱਖ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਕੀਤੇ, ਉਹ ਮਨ ਨੂੰ ਮੁਖਾਤਬ ਹੋ ਕਰਕੇ ਕੀਤੇ ਹਨ। ਸਤਿਗੁਰੂ ਕਿਰਪਾ ਕਰਨ ਕਿ ਸਾਡੇ ਜੀਵਨ ਦਾ ਭਲਾ ਹੋਵੇ। ਜੋ ਗੁਰੂ ਕੀ ਪਵਿੱਤਰ ਬਾਣੀ ਦੇ ਵਿੱਚ ਉਪਦੇਸ਼ ਹੈ ਉਹ ਸਾਡੇ ਜੀਵਨ ਦਾ ਆਧਾਰ ਬਣੇ। ਬੇਸ਼ੱਕ ਇਸ ਸੰਸਾਰ ਦੇ ਵਿੱਚ ਜਿਵੇਂ ਗੁਰੂ ਕੀ ਪਾਵਨ ਪਵਿੱਤਰ ਗੁਰਬਾਣੀ ਦਾ ਬਚਨ ਹੈ ਨਾ, ਉਦਮ ਕਰੇਂਦਿਆਂ ਜੀਉ ਤੂੰ ਕਮਾਵੰਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉਦਮ ਕਰਕੇ ਕਮਾ ਧਨ ਖੱਟ, ਪਾਪ ਨਾ ਕਰੀ ਕਿਰਤ ਕਰੀ। ਸੰਸਾਰ ਦੇ ਵਿੱਚ ਸੁਖ ਆਨੰਦ ਗੁਰੂ ਆਸ਼ੀ ਮੁਤਾਬਕ ਪ੍ਰਾਪਤ ਕਰ। ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਦੇ ਨਾਲ ਨਾਲ ਧਿਆਏ ਦਿਆ ਤੂੰ ਪ੍ਰਭੂ ਮਿਲ।
ਉਸ ਪਰਮਾਤਮਾ ਨੂੰ ਮਿਥਿਆ ਜਿਸ ਕਾਰਨ ਵਾਸਤੇ ਇਹ ਦੇਹੀ ਮਿਲੀ ਹੈ, ਉਸ ਨੂੰ ਆਰਾਧ ਕੇ ਉਸ ਦਾ ਸਰੂਪ ਹੋ, ਉਸ ਨੂੰ ਮਿਲ। ਸਤ ਸੰਗਤ ਦੇ ਵਿੱਚ ਬੈਠ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰ, ਤਾਂ ਜਿਹੜਾ ਜੰਮਣ ਮਰਨ ਦੀ ਚਿੰਤਾ ਹੈ ਇਸ ਤੋਂ ਤੂੰ ਮੁਕਤ ਹੋ ਜਾਵੇਂ। ਇਹ ਸਤਿਗੁਰੂ ਨੇ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਮਹਾਰਾਜ ਕਿਰਪਾ ਕਰਨ, ਗੁਰੂ ਕਾ ਸਿਧਾਂਤ ਜੀਵਨ ਦੇ ਵਿੱਚ ਵਸੇ, ਗੁਰੂ ਮਤ ਮੁਤਾਬਕ ਜ਼ਿੰਦਗੀ ਜਿਉਣ ਦੀ ਜਾਚ ਆ ਜਾਵੇ। ਹੋਈਆਂ ਭੁੱਲਾਂ ਦੀ ਮੁਆਫੀ ਅੱਗੇ ਤੋਂ ਸਮਤ ਬਖਸ਼ਣੀ ਜੀ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨ ਆਵੈ ਨਾਓ। ਵਾਹਿਗੁਰੂ।